ਜਿਹੜਾ ਦੁੱਧ ਅਸੀਂ 20 25 ਲੀਟਰ ਪਲੱਸ ਸੀਗਾ, ਅੱਜ ਉਹ ਕਿਲੋ ਵੀ ਨਹੀਂ ਰਿਹਾ ਸਾਡੇ ਪਸ਼ੂਆਂ ਥੱਲੇ। ਇਹ ਸਿਰਫ ਡੋਲਣਾ ਪੈਣਾ ਸਾਨੂੰ, ਅਸੀਂ ਸਾਫ਼ ਕਰ ਰਹੇ ਹਾਂ, ਸਾਡੇ ਪਸ਼ੂਆਂ ਥਣ ਨਾ ਖਰਾਬ ਹੋਣ। ਦੇਖ ਸਕਦੇ ਹੋ ਤੁਸੀਂ, ਗਲਾਸ ਦੁੱਧ ਆ ਰਿਹਾ ਪਸ਼ੂਆਂ ਦੇ, ਜਿਹੜੇ 25 30 ਲੀਟਰ ਪਲੱਸ ਦੁੱਧ ਵਾਲੇ ਪਸ਼ੂ ਆ। ਅਕਸਰ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਤਾਂ ਵੇਖਦੇ ਹਾਂ ਕਿ ਪਿੰਡਾਂ ਦੇ ਲੋਕ ਖੇਤੀਬਾੜੀ ਕਰਦੇ ਹੋਏ ਨਜ਼ਰ ਆਉਂਦੇ ਨੇ। ਖੇਤੀਬਾੜੀ ਇੱਕ ਉਹਨਾਂ ਦਾ ਅਜਿਹਾ ਮਾਧਿਅਮ ਹੈ ਜਿਸ ਦੇ ਨਾਲ ਉਹ ਘਰ ਆਪਣੇ ਰੋਟੀ ਪਕਾ ਕੇ ਖਾ ਸਕਦੇ ਨੇ, ਪਰ ਕਈ ਅਜਿਹੇ ਪਿੰਡ ਵੀ ਨੇ ਜਿਨ੍ਹਾਂ ਦੇ ਵਿੱਚ ਬਿਮਾਰੀਆਂ ਹੋਣ ਲੱਗ ਪੈਂਦੀਆਂ ਨੇ। ਕਈ ਉਹਨਾਂ ਦੇ ਜੀ ਜਿਨ੍ਹਾਂ ਨੂੰ ਉਹ ਆਪਣੇ ਪੁੱਤਰ ਦੇ ਵਾਂਗ ਪਾਲਦੇ ਆ, ਯਾਨੀ ਕਿ ਉਹਨਾਂ ਦੇ ਪਸ਼ੂ ਉਹ ਵੀ ਮਰ ਜਾਂਦੇ ਨੇ। ਸੋ ਅਜਿਹੀ ਜਦੋਂ ਮੌਤ ਹੁੰਦੀ ਇੱਕ ਘਰ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ ਆਪਣੇ ਬੱਚਿਆਂ ਵਾਂਗ ਰੱਖਿਆ ਹੁੰਦਾ, ਪਾਲਿਆ ਹੁੰਦਾ, ਜਾਂ ਉਹ ਤੁਹਾਨੂੰ ਕਿਤੇ ਨਾ ਕਿਤੇ ਕਮਾਈ ਦਾ ਸਾਧਨ ਬਣਦੇ ਨੇ, ਸੋ ਆਰਥਿਕ ਪੰਗੋਂ ਵੀ ਲੋਕ ਜਿਹੜੇ ਆ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਆ, ਪਰ ਇਸ ਦੇ ਨਾਲ ਹੰਝੂ ਵੀ ਅੱਖਾਂ ਦੇ ਵਿੱਚ ਭਰਨੇ ਸ਼ੁਰੂ ਹੋ ਜਾਂਦੇ ਆ। ਸੋ ਅਜਿਹੀ ਕਹਾਵਤ ਇੱਕ ਪਿੰਡ ਦੇ ਵਿੱਚ, ਬੇਰ ਕਲਾਂ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਇੱਕ ਨਹੀਂ ਬਲਕਿ ਬਹੁਤ ਜਾਨਵਰ ਜਿਹੜੇ ਨੇ, ਡੰਗਰ ਜਿਹੜੇ ਨੇ, ਉਹ ਮਰ ਚੁੱਕੇ ਹੋਏ ਨੇ। ਸੋ ਪਿੰਡ ਵਾਸੀਆਂ ਦੇ ਅੱਖਾਂ ਜਿੱਥੇ ਇੱਕ ਪਾਸੇ ਨਮ ਨੇ, ਉੱਥੇ ਆਰਥਿਕ ਪੱਖੋਂ ਵੀ ਬੇਹੱਦ ਕਮਜ਼ੋਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕਰਾਂਗੇ, ਕਿਉਂਕਿ ਇਹ ਮੁੱਦਾ ਜਿਹੜਾ ਹੈ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵੀਡੀਓਜ਼ ਵਿੱਚ ਵਾਇਰਲ ਹੋਇਆ ਹੈ। ਸੋ ਇਹਨਾਂ ਕੋਲ ਜਾਣਦੇ ਹਾਂ ਇਹ ਕਦ ਤੋਂ ਸ਼ੁਰੂ ਹੋਈ ਬਿਮਾਰੀ, ਕਿਸ ਤਰੀਕੇ ਦੇ ਨਾਲ ਫੈਲੀ ਤੇ ਹੁਣ ਕੀ ਚੱਲ ਰਿਹਾ। ਸਾਡਾ ਪਿੰਡ ਬੇਰ ਕਲਾਂ, ਤਹਿਸੀਲ ਪੈਲ, ਜ਼ਿਲ੍ਹਾ ਲੁਧਿਆਣਾ। ਇਹ ਮੈਮ ਪਿਛਲੇ 9-10 ਦਿਨਾਂ ਤੋਂ ਇਹ ਸਾਡੇ ਪਿੰਡ ਮੂੰਹ ਖੋੜ ਦੀ ਬਿਮਾਰੀ ਇੰਨੀ ਕੁ ਵੱਧ ਗਈ ਕਿ ਟੋਟਲੀ ਪਿੰਡ ਦੇ ਵਿੱਚ ਇਕੱਲੇ ਘਰ ਪਸ਼ੂ ਖੜੇ ਨੇ ਬਿਮਾਰ। ਤੇ ਇਹ ਬਿਮਾਰੀ ਦੇ ਲੱਛਣ ਨੇਗੇ ਜਿਹੜੇ, ਪਹਿਲਾਂ ਤਾਂ ਇੱਕਦਮ ਹੀ ਪਸ਼ੂ ਨੂੰ ਬੁਖਾਰ ਹੁੰਦਾ ਬਹੁਤ ਤੇਜ਼, ਨਾਲ ਪੈਰਾਂ ਤੋਂ ਲੰਗ ਮਾਰਨ ਲੱਗ ਜਾਂਦਾ ਪਸ਼ੂ, ਤੇ ਮੂੰਹ ਦੇ ਵਿੱਚ ਉਹਦੇ ਸਾਲੇ ਹੋ ਜਾਂਦੇ ਆ, ਮੂੰਹ ਦੇ ਵਿੱਚੋਂ ਪਾਣੀ ਡਿੱਗਣ ਲੱਗ ਜਾਂਦਾ, ਨਾ ਤਾਂ ਉਹ ਕੁਝ ਖਾ ਸਕਦਾ, ਜੇ ਉਹ ਕੁਝ ਖਾਊ ਤਾਂ ਉਹ ਢਿੱਡ ਭਰੂ। ਜਿਹੜੇ ਗੱਭਣ ਪਸ਼ੂ ਨੇਗੇ ਉਹਨਾਂ ਦੀ ਡੈਥ ਜ਼ਿਆਦਾ ਹੋ ਰਹੀ ਆ, ਕਿਉਂਕਿ ਜੀ ਉਹਨੂੰ ਕੁਝ ਖਾਂਦੇ ਨਹੀਂ, ਉਹਨਾਂ ਦਾ ਪੇਟ ਭਰਦਾ ਨਹੀਂ ਗਾ। ਜਿਹੜਾ ਬੱਚੇ ਨੇ ਤਾਂ ਪੂਰੀ ਖੁਰਾਕ ਲੈਣੀ ਆ ਪ੍ਰੋਪਰ, ਉਹਨਾਂ ਨੇ ਤਾਂ ਬਲੱਡ ਪੂਰਾ ਲੈਣਾ ਆਪਦਾ, ਉਹ ਬਲੱਡ ਘਟ ਜਾਂਦਾ ਜੀ ਪਸ਼ੂ ਦਾ, ਉਹਦੇ ਨਾਲ ਪਸ਼ੂ ਨੂੰ ਅਟੈਕ ਆ ਜਾਂਦਾ, ਪਸ਼ੂ ਦੀ ਡੈਥ ਹੋ ਜਾਂਦੀ ਆ। ਹੁਣ ਤੱਕ ਜੀ ਲਗਭਗ ਪਿੰਡ ਦੇ ਵਿੱਚ 150 ਪਲੱਸ ਪਸ਼ੂ ਮਰ ਚੁੱਕੇ ਆ। ਪਿੰਡ ਦਾ ਘੱਟੋ ਘੱਟ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਤੁਸੀਂ ਜਿਹੜੀ ਬਿਮਾਰੀ ਦਾ ਨਾਂ ਦੱਸਿਆ ਕਿ ਪਹਿਲਾਂ ਵੀ ਫੈਲਦੀ ਹੋਈ ਆਈ ਹੈ? ਮੈਡਮ ਪਹਿਲਾਂ ਸਿਆਣੇ ਬਜ਼ੁਰਗ ਦੱਸਦੇ ਆ ਵੀ 12-13 ਸਾਲ ਪਹਿਲਾਂ ਆਈ ਸੀਗੀ ਪਿੰਡ ਵਿੱਚ, ਪਰ ਇੰਨਾ ਨੁਕਸਾਨ ਨਹੀਂ ਸੀ ਹੋਇਆ ਪਹਿਲਾਂ। ਹੁਣ ਜ਼ਿਆਦਾ ਨੁਕਸਾਨ ਐਕਤੀ ਇਸ ਵਾਰ ਤਾਂ ਅਸੀਂ ਆਰਥਿਕ ਪੱਖੋਂ ਇੰਨੇ ਕੁ ਟੁੱਟ ਗਏ ਕਿ ਅਸੀਂ ਗਲਾਂ 'ਚ ਰੱਸੇ ਪਾਉਣ ਨੂੰ ਮਜਬੂਰ ਹੋਏ ਪਏ ਹਾਂ। ਹਾਂਜੀ, ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਜੀ, ਦੇਖੋ ਸੈਂਟਰ ਗੌਰਮੈਂਟ ਸਾਨੂੰ ਮਾਰਦੀ ਆ, ਪੰਜਾਬ ਗੌਰਮੈਂਟ ਸਾਨੂੰ ਮਾਰਦੀ ਆ, ਉਦੋਂ ਗਾਹਾਂ ਸਾਡੀ ਕਿਸਮਤ ਵੀ ਸਾਨੂੰ ਮਾਰਨ ਲੱਗ ਗਈ। ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਬਿਮਾਰੀ ਹੈ ਕਾਫੀ ਟਾਈਮ ਦੇ ਬਾਅਦ ਆਈ ਹੈ, ਕਿ ਇਸ ਦੀ ਕੋਈ ਵੈਕਸੀਨੇਸ਼ਨ ਜਿਹੜੀ ਹੈ, ਉਹ ਡੋਜ਼ ਹੈ ਜਿਹੜੀ ਉਹ ਲਗਾਈ ਜਾਂਦੀ ਹੋਏਗੀ ਤਾਂ ਕਿ ਇਹ ਬਿਮਾਰੀ ਜਿਹੜੀ ਹੈ ਪਸ਼ੂਆਂ ਤੱਕ ਨਾ ਫੈਲ ਸਕੇ? ਮੈਮ ਅੱਗੇ ਲਗਾਈ ਜਾਂਦੀ ਸੀ, ਪਰ ਪਿਛਲੇ 2 ਸਾਲ ਤੋਂ ਇਹ ਵੈਕਸੀਨੇਸ਼ਨ ਨਹੀਂ ਹੋਈ। ਇਹ ਕਹਿੰਦੇ ਆ, ਡਾਕਟਰ ਸਾਹਿਬ ਕਹਿੰਦੇ, ਡਿਪਟੀ ਸਾਹਿਬ ਵੀ ਕਹਿੰਦੇ ਵੀ ਸੈਂਪਲ ਫੇਲ ਹੋ ਗਏ। ਇਹ ਕਹਿੰਦੇ ਜੀ ਇੱਕ ਸੈਂਟਰ ਦੀ ਇਹ ਇੱਕ ਉਹ ਆ ਪਾਲਿਸੀ ਆ ਜਿਹੜੀ ਵੈਕਸੀਨੇਸ਼ਨ ਆਉਂਦੀ ਆ, ਜੇ ਸੈਂਟਰ ਦੀ ਆ ਇਹ, ਫਿਰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਸੀਗਾ। ਕੀ ਪਹਿਲਾਂ ਆਉਂਦੀ ਸੀ ਵੈਕਸੀਨੇਸ਼ਨ? ਪਹਿਲਾਂ ਆਉਂਦੀ ਸੀਗੀ ਜੀ, ਆ 2 ਸਾਲ ਤੋਂ ਨਹੀਂ ਆਈ। ਕਹਿੰਦੇ ਇਹਨਾਂ ਦੇ ਇਸ ਵੈਕਸੀਨੇਸ਼ਨ ਦੇ ਸੈਂਪਲ ਫੇਲ ਹੋ ਗਏ। ਇਹ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਨਾ, ਹੱਥ 'ਚ ਗੁਟਕੇ ਸਾਹਿਬ ਫੜ ਕੇ ਕੈਪਟਨ ਸਾਹਿਬ ਵਾਅਦੇ ਕਰ ਲੈਂਦੇ ਆ, ਮੈਂ ਕਰੂੰ, ਮੈਂ ਵਾਹ ਕਰੂੰ। ਹੁਣ ਕਸੂਰ ਸਾਡਾ ਕਿਸਾਨਾਂ ਦਾ ਕੀ ਕਸੂਰ ਆ? ਮਰਤਾ ਅਸੀਂ ਰਹੇ ਆ, ਅਸੀਂ ਆਰਥਿਕ ਪੱਖੋਂ ਜਮੀ ਟੁੱਟ ਚੁੱਕੇ ਆ। ਹੁਣ ਆਈ ਹੋਈ ਵੈਕਸੀਨ ਵਾਪਸ ਹੋਈ ਆ ਜੀ, ਇਹ ਮਤਲਬ ਯਾਨੀ ਕਿ ਵੈਕਸੀਨ ਆਈ ਸੀ ਪਰ ਉਸ ਨੂੰ ਵਾਪਸ ਕਰ ਹਾਂਜੀ ਡਿਸਪੈਂਸਰੀਆਂ ਵਿੱਚ ਆਈ ਹੋਈ ਵੈਕਸੀਨ ਵਾਪਸ ਹੋਈ ਆ। ਪੰਜਾਬ ਗਵਰਨਮੈਂਟ ਨੇ ਪ੍ਰਬੰਧ ਹੀ ਨਹੀਂ ਕੀਤਾ ਕੋਈ। ਇਹ ਵਿੱਚ ਹੁਣ ਕਿਸਾਨਾਂ ਦਾ ਕੀ ਮਤਲਬ ਕਸੂਰ ਆ? ਲਗਵਾਉਣ ਦਾ ਪ੍ਰਬੰਧ ਨਹੀਂ ਸੀ ਨਾ, ਲਗਵਾਉਣ ਦਾ ਪ੍ਰਬੰਧ ਤਾਂ ਸੀਗਾ ਜੀ ਫੁੱਲ, ਡਾਕਟਰ ਸਾਹਿਬ ਦਾ ਕੋਈ ਕਸੂਰ ਨਹੀਂ। ਇਹ ਕਹਿੰਦੇ ਸੈਂਟਰ ਗਵਰਨਮੈਂਟ ਨੇ ਵਾਪਸ ਲੈ ਲਈ ਵੈਕਸੀਨ ਸੀ ਜਿਹੜੀ। ਇਹ ਜਦੋਂ ਜੀ ਲੈਬ 'ਚੋਂ ਕੋਈ ਵੀ ਵੈਕਸੀਨ ਨਿਕਲਦੀ ਹੈ ਜਾਂ ਕੋਈ ਦਵਾਈ ਨਿਕਲਦੀ ਹੈ, ਉਹ ਟੈਸਟ ਹੋ ਕੇ ਨਿਕਲਦੀ ਆ ਨਾ। ਜਦੋਂ ਪਿੰਡਾਂ ਦੇ ਵਿੱਚ ਆ ਗਈ, ਅੱਧੇ ਘਰਾਂ ਦੇ ਲੱਗ ਗਈ, ਫਿਰ ਉਹ ਦੁਬਾਰਾ ਉਹਨੂੰ ਵਾਪਸ ਮੰਗਾ ਰਹੇ ਆ ਵੀ ਇਹਦਾ ਸੈਂਪਲ ਲੈਣਾ, ਸੈਂਪਲ ਫੇਲ ਹੋ ਗਿਆ। ਯਾਨੀ ਕਿ ਇੱਕ ਰੀਜ਼ਨ ਜਿਹੜਾ ਉਹਨਾਂ ਨੇ ਦੱਸਿਆ ਉਹ ਇਹੀ ਦੱਸਿਆ ਕਿ ਵੈਕਸੀਨ ਫੇਲ ਹੋ ਗਈ ਹੈ, ਇਸ ਕਰਕੇ ਇਸ ਨੂੰ ਵਾਪਸ। ਜੇ ਫਿਰ ਇਹਦੇ ਸੈਂਪਲ ਫੇਲ ਹੋ ਗਏ, ਜਿਹੜੇ ਪ੍ਰਾਈਵੇਟ ਆਉਂਦੀਆਂ ਨੇ ਜੀ, ਉਹਦੇ ਸੈਂਪਲ ਕਿਵੇਂ ਪਾਸ ਹੋ ਗਿਆ? 200-250 ਦੀ ਬੈਰਲ ਮਿਲਦੀ ਆ ਇਹ ਤੋਂ, ਮੈਡੀਕਲਾਂ ਤੋਂ। ਜੀ, ਤੁਹਾਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗੇ ਕਿ ਕੀ ਆਲੇ ਦੁਆਲੇ ਡਿਸਪੈਂਸਰੀ ਹੈ? ਆਲੇ ਦੁਆਲੇ ਜੀ ਸਾਡੇ ਮਲੌਦ ਪਿੰਡ ਡਿਸਪੈਂਸਰੀ ਹੈ ਜੀ, ਆਲੇ ਦੁਆਲੇ ਤਾਂ ਸਾਡੇ ਕੋਈ ਡਾਕਟਰ ਹੀ ਨਹੀਂ ਹੈਗਾ। ਨਹੀਂ ਕੋਈ ਡਾਕਟਰ ਹੈ। ਸੋ ਹੁਣ ਤੱਕ ਕਿੰਨੇ ਇੱਕ ਜਾਨਵਰ ਜਿਹੜੇ ਆ ਉਹਨਾਂ ਦਾ ਨੁਕਸਾਨ ਹੋ ਚੁੱਕਾ? ਹੁਣ ਤੋਂ ਜੀ 150 ਪਲੱਸ ਜਾਨਵਰ ਮਰ ਗਏ। ਨਾ ਸਾਨੂੰ ਕੋਈ ਮੁਆਵਜ਼ੇ ਦੀ ਕੋਈ ਉਮੀਦ ਆ ਜੀ, ਨਾ ਕੋਈ ਹਮ ਵੀ ਭਰ ਕੇ ਗਿਆ। ਕੱਲ MLA ਸਾਹਿਬ ਆਏ ਨੇ, ਉਹ ਕਹਿ ਕੇ ਗਏ ਨੇਗੇ ਵੀ ਆਹ ਲਿਸਟ ਬਣਾ ਕੇ ਦੇ ਦਿਓ, ਮੈਂ CM ਸਾਹਿਬ ਨਾਲ ਗੱਲ ਕरूँ। ਕੋਈ ਐਮਰਜੈਂਸੀ ਫੰਡ ਦੇ ਵਿੱਚੋਂ ਕੋਈ ਦਵਾਈਆਂ ਹੀ ਦੇ ਜਾਂਦੇ ਤਾਂ ਜੋ ਸਾਡਾ ਫਾਇਦਾ ਹੋ ਜਾਂਦਾ। ਡਾਇਰੈਕਟਰ ਨਾਲ ਵੀ ਅਸੀਂ ਗੱਲ ਕਰਦੇ ਹੋਏ ਦੇਖਿਆ, ਉਹਨਾਂ ਨੇ ਵੀ ਕਿਹਾ ਕਿ ਵੈਕਸੀਨ ਆਏਗੀ। ਵੈਕਸੀਨ ਆਉਣ ਤੋਂ ਬਾਅਦ ਕੀ ਹੁਣ ਥੋੜੀ ਹਾਲਤ ਠੀਕ ਨੇ?
ਹਾਂਜੀ ਮੈਮ ਹੁਣ ਥੋੜਾ ਫਰਕ ਹੈ ਜੀ ਵੈਕਸੀਨ ਆਉਣ ਤੋਂ ਬਾਅਦ, ਪਰ ਗਵਰਨਮੈਂਟ ਦੀ ਵੈਕਸੀਨ ਇੱਕ ਦਿਨ ਹੀ, ਸਾਨੂੰ ਸ਼ਾਇਦ 2 ਦਿਨ ਆਈ ਆ। ਉਸ ਤੋਂ ਬਾਅਦ ਪ੍ਰਾਈਵੇਟ ਆ ਰਹੀ ਹੈ ਜੀ, ਜਾਂ ਜਿੱਦਾਂ ਹੁਣ ਖਾਲਸਾ ਏਡ ਵਾਲੇ ਸਾਡੇ ਕੋਲ ਅੱਜ ਆ ਕੇ ਗਏ, ਉਹਨਾਂ ਦੀ ਦਵਾਈ ਸਾਡੇ ਕੋਲ ਪਹੁੰਚ ਗਈ ਆ। ਹੋਰ ਵੀ ਲਿਸਟ ਦਿੱਤੀ ਆ ਉਹਨਾਂ ਦੀ, ਉਹ ਵੀ ਸ਼ਾਮ ਤੱਕ ਕਹਿੰਦੇ ਤੁਹਾਡੇ ਕੋਲ ਅਸੀਂ ਦੇ ਕੇ ਜਾਵਾਂਗੇ। ਬਾਕੀ ਇੱਕ ਮੰਗਿਆਲ ਤੋਂ ਰਵੀ ਵੀਰ ਸੀਗਾ, ਉਹਨੇ ਆਪਾਂ ਨੂੰ 3 ਦਿਨ ਦਵਾਈ ਪ੍ਰੋਵਾਈਡ ਕਰਾਈ ਹੈ ਜੀ। ਗਵਰਨਮੈਂਟ ਤਾਂ ਜੀ ਬਸ ਮਾਰ ਰਹੀ ਹੈ ਇੱਕ ਲੋਕਾਂ ਨੂੰ। ਯਾਨੀ ਕਿ ਜੋ ਕਿਹਾ ਗਿਆ ਸੀਗਾ ਡਾਇਰੈਕਟਰ ਵੱਲੋਂ ਕਿ ਤੁਹਾਨੂੰ ਜਿਹੜੀ ਵੈਕਸੀਨੇਸ਼ਨ ਹੈ ਉਹ ਦਿੱਤੀ ਜਾਏਗੀ, ਉਹ ਨਹੀਂ ਦੇ ਪਾਏ। ਨਹੀਂ ਮੈਮ ਆ ਰਹੀ ਆ ਉਹਨਾਂ ਦੀ ਵੀ, ਪਰ ਜਿੰਨੀ ਆ ਰਹੀ ਆ ਉਹ ਲਾ ਰਹੇ ਆ। ਬਾਕੀ ਖਾਲਸਾ ਏਡ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕੱਲ ਅਸੀਂ ਸਾਮੀ ਮਤਾ ਪਾ ਕੇ ਉਹਨਾਂ ਨੂੰ ਭੇਜਿਆ ਜੀ, ਅੱਜ ਕੱਲ੍ਹ ਹੀ ਸਾਮੀ ਮਤਾ ਪਾ ਕੇ ਭੇਜਿਆ ਉਹਨਾਂ ਨੇ। ਬਸ ਮੰਨ ਲਓ ਵੀ ਫੌਰਨ ਹੀ ਜਦੀ ਸਾਨੂੰ ਦਵਾਈ ਭੇਜਤੀ ਸਾਰੀ, ਜਿਹੜੀ ਦਵਾਈ ਸਾਡੇ ਕੋਲੇ ਹੋਰ ਘਟਦੀ ਸੀਗੀ ਅੱਜ ਅਸੀਂ ਉਹਨਾਂ ਨੂੰ ਮਤਾ ਪਾ ਕੇ ਦਿੱਤਾ ਤੇ ਉਹਨਾਂ ਨੂੰ ਦਵਾਈ ਲਿਖ ਕੇ ਦਿੱਤੀ। ਉਹ ਅੱਜ ਉਹਨਾਂ ਦੀ ਗੱਡੀ ਵੀ ਦੇਖ ਲਓ, ਇੱਕ ਆਹ ਖੜੀ ਆ, ਉਹ ਖੜੀ ਆ ਮਗਰ ਸਵਿਫਟ ਗੱਡੀ ਉਹਨਾਂ ਦੀ, ਖਾਲਸਾ ਏਡ ਵਾਲਿਆਂ ਦੀ। ਉਹ ਦਵਾਈ ਲੈਣ ਹੁਣ ਲੁਧਿਆਣੇ ਨੂੰ ਗਏ ਹੋਏ ਆ ਜੀ। ਉਹ ਸਾਰੀ ਦਵਾਈ ਅੱਜ ਸਾਨੂੰ ਮੁਹੱਈਆ ਕਰਾ ਕੇ ਜਾਣਗੇ ਤਾਂ ਜੋ ਵੀ ਸਾਡਾ ਆਰਥਿਕ ਪੱਖੋਂ ਅਸੀਂ ਹੋਰ ਨਾ ਟੁੱਟ ਸਕੀਏ। ਜੀ ਬਿਲਕੁਲ, ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਕਿਉਂਕਿ ਇੱਕ ਜਿਹੜੀ ਅਸੀਂ ਪਸ਼ੂ ਪਾਲਦੇ ਹਾਂ ਉਹ ਸਾਨੂੰ ਆਰਥਿਕ ਪੱਖੋਂ ਵੀ ਮਜ਼ਬੂਤ ਕਰਦਾ ਹੈ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਸਾਨੂੰ ਪ੍ਰੇਮ ਪਿਆਰ ਵੀ ਬਹੁਤ ਪੈਦਾ ਹੁੰਦਾ। ਅਸੀਂ ਜੀ ਬੱਚਿਆਂ ਵਾਂਗੂ ਪਾਲਦੇ ਹਾਂ ਪਸ਼ੂ। ਐਡਾ ਕੁ ਹੁੰਦਾ ਜਦੋਂ ਅਸੀਂ ਬੱਚਿਆਂ ਵਾਂਗੂ ਪਾਲਦੇ ਹਾਂ। ਸਾਡੇ ਘਰਾਂ ਦੇ ਵਿੱਚ ਤਾਂ ਹੁਣ ਰੋਟੀ ਨਹੀਂ ਬਣ ਰਹੀ ਪੂਰੇ ਪਿੰਡ ਦੇ। ਜਦੋਂ ਜੀ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਪਸ਼ੂ ਮਰਦਾ, ਸਾਡੇ ਦਿਲ ਤੋਂ ਪੁੱਛ ਕੇ ਦੇਖੋ ਸਾਡਾ ਬੁਰਾ ਹਾਲ ਹੋ ਜਾਂਦਾ। ਇੱਕ ਅਸੀਂ ਬਸ ਮਨ ਖੜਾਉਂਦੇ ਆ ਵੀ ਕਿਤੇ ਜੇ ਅਸੀਂ ਮਨ ਖਰਾਬ ਕਰਦੇ ਹਾਂ ਘਰ ਦੇ ਨਾ ਕੋ ਹੋ ਜਾਣ, ਘਰ ਦੇ ਸਾਨੂੰ ਹੌਸਲਾ ਦਿੰਦੇ ਆ, ਬਸ ਐਂ ਇੱਕ ਦੂਜੇ ਨੂੰ ਹੌਸਲਾ ਦੇ ਜਾਣਾ। ਪਰ ਦੁਖੀ ਅਸੀਂ ਸਾਰੇ ਹੀ ਆ ਜੀ। ਮਰਦੇ ਵੀ ਤੜਫ ਕੇ ਜੀ, ਬੁਰੀ ਹਾਲਤ ਨਾਲ ਮਰਦੇ ਨੇ। ਇਹ ਨਹੀਂ ਹੈ ਵੀ ਅਟੈਕ ਨਾਲ ਮਰ ਗਏ, 10 ਦਿਨ ਦੇ ਵਿੱਚ ਬੁਰੀ ਤੜਫ ਕੇ ਮਰਦੇ, ਬੁਰੀ ਹਾਲਤ ਨਾਲ। ਇਹ ਸੋ ਜੇਕਰ ਦੇਖਿਆ ਜਾਵੇ ਤਾਂ ਕਿੰਨੇ ਕੁ ਰੁਪਇਆਂ ਦਾ ਨੁਕਸਾਨ ਹੋ ਜਾਂਦਾ ਹੈ, ਕਿਉਂਕਿ ਬਹੁਤ ਮਹਿੰਗੇ ਆਉਂਦੇ ਆ ਜੇਕਰ ਜਾਨਵਰ ਵੀ ਤੁਸੀਂ ਖਰੀਦ। ਜਿਹੜੀ ਜੀ ਗਊ ਆ ਗਾਂ, ਉਹਦੀ ਕੀਮਤ 50 ਤੋਂ 70 ਹਜ਼ਾਰ ਆ, 50,000 ਤੋਂ 70 ਹਜ਼ਾਰ ਵਧੀਆ ਗਊ ਦੀ। ਜਿਹੜੀ ਮੱਝ ਆ ਜੀ 80,000 ਤੋਂ ਲੱਖ ਰੁਪਏ ਦੀ ਆ। ਹੁਣ ਤੱਕ ਜੀ 150 ਤੋਂ ਪਲੱਸ ਪਸ਼ੂ ਮਰ ਗਏ। ਤੁਸੀਂ ਐਂ ਦੇਖ ਲਓ ਵੀ ਕਰੋੜ ਰੁਪਏ ਤੋਂ ਉੱਤੇ ਪਿੰਡ ਦਾ ਨੁਕਸਾਨ ਹੋ ਗਿਆ। ਕਿੱਥੇ ਕਿਸਾਨ ਭਰਵਾਈ ਕਰ ਦੂ? ਅਸੀਂ ਤਾਂ ਪਹਿਲਾਂ ਸਾਡੀਆਂ ਫਸਲਾਂ ਨਹੀਂ ਵਿਕ ਰਹੀਆਂ, ਅਸੀਂ ਦਿੱਲੀ ਬੈਠੇ ਆ। ਹੁਣ ਤੁਸੀਂ ਐਂ ਦੇਖ ਲਓ, ਪਿਛਲੇ ਸਾਲ ਲੋਕਡਾਊਨ ਹੋਇਆ, ਹਰੇਕ ਵਰਗ ਨੇ ਰੁਪਈਆ ਕਮਾਇਆ, ਹਰੇਕ ਵਪਾਰੀ ਨੇ ਆਪਦੇ ਰੇਟ ਆਪਦੀ ਮਨਮਰਜ਼ੀ ਨਾਲ ਲਾਏ। ਪਰ ਇੱਕ ਇਕੱਲਾ ਕਿਸਾਨ ਦਾ ਦੁੱਧ ਸੀਗਾ ਜਿਹੜਾ 72 ਰੁਪਏ ਤੋਂ 62 ਰੁਪਏ ਹੋਇਆ। ਸੋ ਯਾਨੀ ਕਿ ਵੈਕਸੀਨੇਸ਼ਨ ਆਂਦੀ ਪਈ ਹੈ ਪਰ ਪੂਰੀ ਨਹੀਂ ਪੈ ਰਹੀ, ਜਾਂ ਸਾਰਿਆਂ ਨੂੰ ਮਿਲ ਨਹੀਂ ਪਾ ਰਹੀ, ਜਾਂ ਜਦੋਂ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਜਿਹੜੀ ਹੈ ਉਹ ਆ ਰਹੀ ਹੈ ਵੈਕਸੀਨੇਸ਼ਨ। ਹਾਂਜੀ ਮੈਮ, ਪਹਿਲਾਂ ਤਾਂ ਆਇਆ ਨਹੀਂ ਸੀਗਾ, ਕੋਈ ਆ ਨਹੀਂ ਸੀ ਰਿਹਾ। ਤੁਸੀਂ ਮਿਲੇ ਹੋ, ਐਮਐਲਏ ਆਏ ਹੈ, ਕੋਈ ਗੱਲਬਾਤ ਕੀਤੀ ਹੈ? ਐਮਐਲਏ ਸਾਹਿਬ ਆਏ ਸੀਗੇ ਕੱਲ, ਡੈਰੀ 'ਚ ਆ ਕੇ ਗਏ ਨੇ। ਉਹ ਮਾੜਾ ਜਿਹਾ ਬਸ ਪਤਾ ਨਹੀਂ ਕੀ ਮਿੱਠੀ ਜਿਹੀ ਗੋਲੀ ਦੇ ਗਏ ਵੀ ਹਾਂ ਤੁਹਾਡੇ 4-5 ਪਿੰਡਾਂ ਨੂੰ ਡਿਸਪੈਂਸਰੀ ਬਣਾ ਕੇ ਦੇਵਾਂਗੇ, ਵੀ ਤੁਸੀਂ ਲਿਸਟ ਬਣਾ ਕੇ ਦੇ ਦਿਓ ਤੁਹਾਡਾ। ਮੈਂ ਸੀਐਮ ਸਾਹਿਬ ਨਾਲ ਗੱਲ ਕਰਾਂਗਾ ਕਿ ਮੁਆਵਜ਼ੇ ਦੀ ਕੋਈ ਗੱਲਬਾਤ ਨਹੀਂ? ਮੁਆਵਜ਼ੇ ਦੀ ਕੋਈ ਉਹ ਨਹੀਂ ਕਹਿੰਦੇ। ਸੀਐਮ ਸਾਹਿਬ ਨੂੰ ਉਹ ਕਰ ਦਾਂਗੇ ਕਿ ਇੱਥੇ ਤਾਂ ਜੀ ਬੰਦੇ ਮਰੇ ਦਾ ਮੁਆਵਜ਼ਾ ਨਹੀਂ ਮਿਲਦਾ, ਬੰਦੇ ਮਰੇ ਹੋਏ ਬੰਦੇ ਦਾ ਮੁਆਵਜ਼ਾ ਨਹੀਂ ਮਿਲਦਾ। ਸਾਨੂੰ ਡੰਗਰਾਂ ਦਾ ਕੀ ਮਿਲਣਾ? ਅਸੀਂ ਇਹਨਾਂ ਝੂਠੀਆਂ ਸਰਕਾਰਾਂ ਤੋਂ ਕੀ ਉਮੀਦਾਂ ਲਾ ਲਈਏ ਜੀ? ਇਹਦਾ ਜੀ ਇਹਦਾ ਮਤਲਬ ਇਹ ਜ਼ਮੀਰ ਮਰ ਗਈ ਸਾਡੇ ਐਮਐਲਏ ਤਾਂ। ਸਾਡਾ ਜਿਹੜਾ ਐਮਐਲਏ ਲਖਵੀਰ ਸਿੰਘ ਲੱਖਾ ਦੀ ਜ਼ਮੀਰ ਮਰੀ ਹੋਈ ਆ। ਕੀ ਕਰੀਏ? ਮਰਿਆ ਹੋਇਆ ਤਾਂ ਇੱਕ ਪਾਸੇ ਛੁਟਕਾਰਾ ਹੋ ਜਾਂਦਾ, ਇਹ ਜ਼ਮੀਰ ਮਰੀ ਹੋਈ ਆ। ਸੋ ਜਿਸ ਤਰੀਕੇ ਨਾਲ ਪਸ਼ੂਆਂ ਦੀ ਬਿਮਾਰੀ ਤੁਸੀਂ ਦੱਸੀ ਹੈ, ਤਾਂ ਬਹੁਤ ਬਦਬੂ ਜਿਹੜੀ ਹੈ ਜਾਂ ਹੋਰ ਲੋਕਾਂ ਨੂੰ ਵੀ ਇਸ ਦੇ ਨਾਲ ਇਹ ਇਨਫੈਕਸ਼ਨ ਜਿਹੜੀ ਉਹ ਫੈਲ ਸਕਦੀ ਹੈ। ਕਿਸ ਤਰੀਕੇ ਨਾਲ ਧਿਆਨ ਰੱਖਿਆ ਜਾਂਦਾ ਹੈ? ਕਿੱਥੇ ਤੁਸੀਂ ਇਹਨਾਂ ਦੀ ਬੋਡੀਜ਼ ਨੂੰ ਲੈ ਕੇ ਜਾਂਦੇ ਹੋ, ਡਿਸਪੋਜ਼ ਆਫ ਕਰਦੇ ਹੋ? ਮੈਮ ਅਸੀਂ ਹੱਡਾ ਰੋੜੀ ਦੇ ਵਿੱਚ ਲੈ ਕੇ ਜਾਂਦੇ ਹਾਂ ਜਿੰਨੇ ਪਸ਼ੂਆਂ ਦੀ ਡੈਥ ਹੋ ਜਾਂਦੀ ਆ। ਪਹਿਲਾਂ 100 ਤੋਂ ਉੱਪਰ ਪਲੱਸ ਜਦੋਂ ਪਸ਼ੂ ਮਰੇ ਆ, ਪੰਚਾਇਤ ਵਾਲਿਆਂ ਨੇ 4 ਟੋਏ ਪਟਾਏ 20-20 ਫੁੱਟ ਡੂੰਘੇ, ਉਹਦੇ ਵਿੱਚ 20-20 25-25 ਗਾਈਆਂ ਸੁੱਟ ਕੇ ਵਿੱਚ ਨੂਣ ਪਾ ਕੇ ਉਹ ਦੱਬੀਆਂ, ਤਾਂ ਜੋ ਵੀ ਉਧਰੋਂ ਮੈਮ ਹਵਾ ਆਉਂਦੀ ਆ ਜਦੋਂ ਸਮੈਲ ਬਹੁਤ ਆਉਂਦੀ ਸੀ ਪਿੰਡ 'ਚੋਂ। ਫਿਰ ਹੁਣ 4 ਟੋਏ ਪਟਾਏ, 4 ਊਂ ਪਟਾ ਕੇ ਰੱਖੇ ਹੋਏ ਆ। ਜਿਹੜੇ ਪਸ਼ੂ ਮਰਦੇ ਆ ਹੁਣ ਤੁਸੀਂ ਜਾ ਕੇ ਦੇਖ ਲਓ 19 ਪਸ਼ੂ ਉੱਥੇ ਹੋਰ ਪਏ ਆ। ਡੇਲੀ ਤੁਸੀਂ ਐਂ ਦੇਖ ਲਓ ਵੀ 10 ਦੀ ਐਵਰੇਜ ਪੈ ਹੀ ਰਹੀ ਆ ਮਰਨ ਵਾਲੇ ਪਸ਼ੂਆਂ ਦੀ। ਜੇਕਰ ਡੇਲੀ ਦੁੱਧ ਦੀ ਐਵਰੇਜ ਕੱਢੀਏ, ਕਿਉਂਕਿ ਇਸ ਦੇ ਨਾਲ ਆਰਥਿਕ ਪੱਖ ਜਿਸ ਤਰ੍ਹਾਂ ਮੈਂ ਕਿਹਾ ਜੁੜਿਆ ਹੋਇਆ ਵਾ, ਸੋ ਦੁੱਧ ਦੀ ਕਾਫੀ ਜ਼ਿਆਦਾ ਇੱਥੋਂ ਦੀ ਚੋਣਾ ਨਿਕਲਦੀ। ਅਸੀਂ ਕਿੰਨਾ ਕੁ ਹੁਣ ਦੁੱਧ ਜਿਹੜਾ ਹੋ ਰਿਹਾ ਚੁੱਕਾ? ਜਿਹੜੀ ਜੀ ਸਾਡੀ ਬੇਰਕਾ ਦੀ ਡੈਰੀ ਆ, ਉਹ ਬੇਰਕਾ ਮਿਲਕ ਪਲਾਂਟ 'ਚੋਂ ਦੂਜੇ ਨੰਬਰ ਤੇ ਸੀ ਦੁੱਧ ਪ੍ਰਾਪਤੀ ਮੁਕਾਬਲੇ 'ਚੋਂ। ਹੁਣ ਸਾਡੇ ਪਿੰਡ ਤੁਸੀਂ ਸੱਚ ਨਹੀਂ ਮੰਨਣਾ ਵੀ ਬਸ 2 ਕੁਆਂਟਲ ਮਸਾਂ ਦੁੱਧ ਹੋਊਗਾ। 200 ਲੀਟਰ ਹੋਊਗਾ ਜੀ ਬਸ ਹੁਣ। 200 ਲੀਟਰ ਦੁੱਧ, ਜਿਹਦੇ ਕੋਲੇ 100 ਲੀਟਰ ਦੁੱਧ ਸੀਗਾ ਕਿਸਾਨ ਕੋਲੇ, ਉਹ ਅੱਜ ਸੁੱਕੇ ਦੁੱਧ ਦੀ ਚਾਹ ਕਰਦਾ। ਦੁੱਧ ਕੀ ਲੈਣਾ? ਜੇ 100 ਲੀਟਰ ਸੀਗਾ ਫਾਰਮ ਦੇ ਵਿੱਚ ਦੁੱਧ, ਉਹ ਅੱਜ ਸੁੱਕੇ ਦੁੱਧ ਦੀ ਚਾਹ ਕਰਨ ਨੂੰ ਆਪ ਮਜਬੂਰ ਆ। ਮੇਰਾ 20 ਲੀਟਰ ਦੁੱਧ ਪੈਂਦਾ ਸੀਗਾ ਜੀ, ਹੁਣ 1 ਗਲਾਸ ਵੀ ਦੁੱਧ ਦਾ ਨਹੀਂ ਹੈਗਾ ਘਰ। ਬਾਕੀਆਂ ਜਿਹੜੇ ਪਸ਼ੂ ਨੇ ਉਹ ਵੀ ਬਿਮਾਰ ਪਏ ਨੇ। ਬਿਮਾਰ ਨੇ ਜੀ, ਇਹ ਤਾਂ ਲਾਗ ਦੀ ਬਿਮਾਰੀ ਆ। ਜਦੋਂ ਇੱਕ ਪਸ਼ੂ ਬਿਮਾਰ ਹੋ ਗਿਆ ਆਟੋਮੈਟਿਕਲੀ ਸਾਰੇ ਪਸ਼ੂ ਬਿਮਾਰ ਹੁੰਦੇ ਹੀ ਹੁੰਦੇ ਆ। ਰੌਲਾ ਪਾਇਆ ਜੀ, ਹੁਣ ਬਿਮਾਰੀ ਆਲੇ ਪਿੰਡ ਵਿੱਚ ਫੈਲ ਗਈ, ਸਾਡੀ ਕਿਸੇ ਨੇ ਸੁਣੀ ਨਹੀਂ। ਹੁਣ ਡਾਕਟਰ ਕਹਿੰਦੇ ਉਧਰ ਨੂੰ ਪਾ ਦੇਣੇ, ਉਧਰ ਨੂੰ ਪਾ ਦੇ, ਕੀ ਕਰੀਏ? ਹੁਣ ਆਲਾ ਸਾਡੇ ਸਾਰੇ ਇਲਾਕੇ ਵਿੱਚ ਬਿਮਾਰੀ ਫੈਲ ਚੁੱਕੀ ਹੈ ਜੀ। ਇਹ ਘਰ ਕਰ ਗਈ, ਹੁਣ ਇਹ ਔਖੀ ਕੰਟਰੋਲ ਆਊਗੀ। ਕਰੋਨਾ ਵਾਂਗੂ ਹੋਇਆ ਹੀ ਕੰਮ ਹੁਣ ਇਹਦਾ। ਪੂਰੇ ਪਿੰਡ ਦੇ ਵਿੱਚ ਜੀ 500 ਤੋਂ ਪਲੱਸ ਪਸ਼ੂ ਬਿਮਾਰ ਖੜੇ ਨੇ।
ਪੂਰੇ ਪਿੰਡ ਦੇ ਵਿੱਚ। ਸਾਡੇ ਪਿੰਡ ਦਾ ਮੇਨ ਕਿੱਤਾ ਹੀ ਦੁੱਧ ਦਾ ਜੀ। ਅਸੀਂ ਦੁੱਧ ਦੇ ਸਿਰ ਤੇ ਹੀ ਸਾਡੇ ਘਰ-ਬਾਰ ਚੱਲਦੇ ਆ। ਫਸਲਵਾੜੀ ਦੇ ਤਾਂ 6 ਮਹੀਨੇ ਬਾਅਦ ਰੁਪਈਏ ਆਉਣੇ ਆ। ਮਸ਼ਹੂਰ ਪਸ਼ੂ ਸਾਡਾ ਜਿਹੜਾ ਪਿੰਡ ਹੈ ਜੀ, ਇਹ ਪੂਰਾ ਫੁੱਲ ਮਸ਼ਹੂਰ ਸੀ, ਮਤਲਬ ਦੁੱਧ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਸੀ। 100-150 ਪਲੱਸ ਮੈਡਮ ਪਸ਼ੂ ਹਲੇ ਵੀ ਆਪਣੇ ਪਿੰਡ ਦੇ ਵਿੱਚ ਸੀਰੀਅਸ ਆ, ਜੋ ਜਾਨੀ ਕਿ ਹੁਣ ਅਸੀਂ ਡੇਲੀ ਜਾਂਦੇ ਆ ਡਾਕਟਰਾਂ ਨਾਲ ਦਵਾਈ ਵਗੈਰਾ ਲਗਵਾ ਕੇ ਆਉਂਦੇ ਆ। 100 ਤੋਂ 150 ਪਲੱਸ ਹਲੇ ਵੀ ਪਸ਼ੂ ਸੀਰੀਅਸ ਨੇ, ਬਹੁਤ ਜ਼ਿਆਦਾ ਨੇ ਜਿਹੜੇ। ਸੋ ਇਹ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਅੱਖਾਂ ਸਾਹਮਣੇ ਜੇਕਰ ਕੋਈ ਵੀ ਪਸ਼ੂ ਵੀ ਮਰਦਾ ਹੈ ਤਾਂ ਉਹ ਵੀ ਜਦੋਂ ਉਸ ਦੀ ਮੌਤ ਬੜੀ ਦੁਖਦਾਈ ਹੁੰਦੀ ਹੈ, ਦਿਲ ਨੂੰ ਵੀ ਝੰਜੋੜ ਕੇ ਰੱਖ ਦਿੰਦੀ ਹੈ। ਪਰ ਜਿਨ੍ਹਾਂ ਦੇ 4-4 5-5 ਪਸ਼ੂ ਮਰੇ ਆ, ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਹੋਇਆ, ਕਿਉਂ ਇਹ ਬਿਮਾਰੀ ਇੰਨੀ ਜ਼ਿਆਦਾ ਜਿਹੜੀ ਉਹ ਫੈਲ ਚੁੱਕੀ ਹੈ। ਪਹਿਲਾਂ ਵੀ ਪਤਾ ਲੱਗ ਗਿਆ ਕਿ ਸਰਕਾਰ ਨੇ ਇਸ ਦੇ ਉੱਤੇ ਧਿਆਨ ਨਹੀਂ ਦਿੱਤਾ, ਤਾਂ ਇਹ ਬਿਮਾਰੀ ਜਿਹੜੀ ਉਹ ਪੂਰੇ ਪਾਸੇ ਫੈਲ ਚੁੱਕੀ ਹੈ। ਪਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਵੀ ਆਓ ਗੱਲਬਾਤ ਕਰਦੇ ਹਾਂ। ਡੇਅਰੀ ਫਾਰਮ ਦੇ ਵਿੱਚ ਵੀ ਮੌਜੂਦ ਹਾਂ, ਗੱਲਬਾਤ ਕਰਾਂਗੇ ਜਿਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਸਭ ਤੋਂ ਪਹਿਲਾਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਂਦੀ ਹਾਂ। ਮੇਰੇ ਖੱਬੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਸ਼ੂ ਜਿਹੜੇ ਆ ਉਹ ਬਿਲਕੁਲ ਪਏ ਹੋਏ ਨੇ। ਪਰ ਜੇਕਰ ਮੈਂ ਆਪਣੇ ਸੱਜੇ ਪਾਸੇ ਦੀ ਗੱਲ ਕਰਾਂ ਤਾਂ ਇਹ ਪੂਰਾ ਪਾਸਾ ਜਿਹੜਾ ਹੈ ਇਹ ਖਾਲੀ ਹੋ ਚੁੱਕਾ ਹੋਇਆ, ਇਹ ਸੁਨਸਾਨ ਹੋ ਚੁੱਕਾ ਹੋਇਆ। ਗੁਰਪ੍ਰੀਤ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਇਹ ਡੇਅਰੀ ਫਾਰਮ ਹੈ। ਕਿੰਨੇ ਕੁ ਪਸ਼ੂ ਜਿਹੜੇ ਆ ਤੁਹਾਡੇ ਉਹ ਇਹਨਾਂ ਦਿਨਾਂ ਦੇ ਵਿੱਚ ਬਿਮਾਰੀ ਕਰਕੇ ਮਰ ਚੁੱਕੇ ਹੋਏ ਨੇ? ਮੈਮ ਸਾਡੇ ਕੋਲ ਟੋਟਲ 15 ਪਸ਼ੂ ਸੀ ਜੀ, ਜਿਨ੍ਹਾਂ ਦੇ ਵਿੱਚੋਂ ਸਾਡੇ 7 ਪਸ਼ੂ ਮਰ ਚੁੱਕੇ ਨੇ। 7 ਪਸ਼ੂ ਮਰ 7 ਪਸ਼ੂ ਮਰ ਚੁੱਕੇ ਨੇ, 6 ਤਾਂ ਇੱਕ ਦਿਨ ਦੇ ਵਿੱਚ ਮਰ ਚੁੱਕੇ ਸੀ। 6 ਇੱਕ ਦਿਨ ਦੇ ਵਿੱਚ ਤੇ ਮਰੇ? ਇੱਕ ਦਿਨ ਦੇ ਵਿੱਚ 6 ਪਸ਼ੂ ਮਰੇ ਸੀ ਤੇ 7ਵਾਂ ਪਸ਼ੂ ਦੂਸਰੇ ਦਿਨ ਮਰਿਆ ਸੀ ਜੀ। ਸੋ ਇਨ ਟੋਟਲ ਤੁਹਾਡੇ ਕਿੰਨੇ ਕੁ ਪਸ਼ੂ ਜਿਹੜੇ ਇੱਥੋਂ ਦੀ ਤੇ ਸਿਰਫ 7 ਪਸ਼ੂ ਮਰ ਚੁੱਕੇ? ਹਾਂਜੀ, ਮੇਰੇ ਫਾਰਮ 7 ਪਸ਼ੂ ਨੇ, ਸਾਡੇ ਚਾਚੇ ਤਾਇਆਂ ਦੇ ਘਰਾਂ ਦੇ ਸਾਡੇ 4 ਘਰ ਨੇ, ਤੇ ਸਾਡੇ ਟੋਟਲ ਸਾਡੇ ਘਰਾਂ ਦੇ ਵਿੱਚ 15 ਪਸ਼ੂ ਮਰ ਚੁੱਕੇ ਨੇ। 15 ਪਸ਼ੂ ਤੁਹਾਡੇ ਆਪਦੇ ਮਰ ਚੁੱਕੇ? ਆਪਦੇ ਮਰ ਚੁੱਕੇ ਨੇ ਸਾਡੇ। ਸੋ ਇਹ ਉਹੀ ਬਿਮਾਰੀ ਕਰਕੇ ਹੀ ਮਰੇ ਨੇ? ਹਾਂਜੀ ਮੈਮ, ਇਹ ਸਭ ਬਿਮਾਰੀ ਕਰਕੇ ਹੀ ਮਰੇ ਨੇ ਜੀ। ਪਹਿਲਾਂ ਸਹੀ ਸਲਾਮਤ ਸੀ, ਤੰਦਰੁਸਤ ਸੀ ਇਹ। ਜੀ। ਤੇ ਬਾਕੀ ਤੁਹਾਨੂੰ ਪਤਾ ਹੀ ਦੇਖ ਲਓ ਤੁਸੀਂ, ਹਜੇ ਵੀ ਪੋਜੀਸ਼ਨ ਇਹਨਾਂ ਦੀ ਮੈਨੂੰ ਗੰਭੀਰ ਹੀ ਲੱਗਦੀ ਹੈ ਪਸ਼ੂਆਂ ਦੀ। ਹਜੇ ਵੀ ਸਹੀ ਤਰ੍ਹਾਂ ਪ੍ਰੋਪਰ ਠੀਕ ਨਹੀਂ ਹੋਏ ਜੀ। ਜੀ, ਅਸੀਂ ਵੀ ਤੁਹਾਡੇ ਨਾਲ ਵੀ ਗੱਲਬਾਤ ਕਰਕੇ ਪਤਾ ਲੱਗਿਆ ਸਾਈਡ ਪੂਰੀ ਜਿਹੜੀ ਹੈ ਉਹ ਪਸ਼ੂਆਂ ਨਾਲ ਭਰੀ ਹੋਈ ਸੀ। ਹਾਂਜੀ ਮੈਮ, ਇਹ ਸਾਹਿਬ ਬਿਲਕੁਲ ਭਰੀ ਹੈ ਤੇ ਬੱਸੀ ਬੰਨ੍ਹਣ ਨੂੰ ਜਗ੍ਹਾ ਨਹੀਂ ਸੀਗੀ, ਮਤਲਬ ਸਾਨੂੰ ਗੁੰਜਾਇਸ਼ ਨਹੀਂ ਵੀ ਹੋ ਲਿਆ ਕਿ ਡੰਗਰ ਬੰਨ੍ਹ ਸਕਦੇ ਆ। ਤੇ ਅੱਜ ਦੇਖ ਲਓ ਤੁਸੀਂ, ਬਿਲਕੁਲ ਇੱਥੇ ਸਾਫ਼ ਪਿਆ ਰੜਾ। ਗੁਰਪ੍ਰੀਤ, ਕਿੰਨਾ ਕੁ ਦੁੱਧ ਜਿਹੜਾ ਉਹ ਤੁਹਾਡੇ ਇਹ ਪਸ਼ੂ ਜਿਹੜੇ ਆ ਉਹ ਦੇ ਦਿੰਦੇ ਸੀਗੇ ਤੇ ਹੁਣ ਕਿੰਨਾ ਕੁ? ਮੈਮ ਅਸੀਂ ਇੱਕ ਟਾਈਮ ਦਾ 60 ਤੋਂ 65 ਲੀਟਰ ਦੁੱਧ ਪਾਉਂਦੇ ਸੀ ਜੀ, ਜਿਹੜਾ ਕਿ ਹੁਣ ਸਾਡੇ ਮਤਲਬ ਸਾਨੂੰ ਡੇਅਰੀ 'ਚ ਮੁੱਲ ਲੈਣ ਵਾਲਾ ਕੰਮ ਹੋਇਆ ਪਿਆ ਜੀ। ਮਤਲਬ ਮੁੱਲ ਹੈ ਜੀ, ਥਾਣਾ ਡੰਗਰ ਦੁੱਧ ਹੈ ਨਹੀਂ ਕਿਸੇ ਲਈ ਹੁਣ ਇਸ ਟਾਈਮ। ਰਿਸ਼ਤੇਦਾਰੀ 'ਚ ਦੁੱਧ ਸਾਨੂੰ ਦੇ ਕੇ ਜਾਂਦੇ ਨੇ ਖਾਣ ਪੀਣ ਨੂੰ ਜੋਗਾ, ਤੇ ਦੁੱਧ ਤਾਂ ਬਿਲਕੁਲ ਹੈ ਨਹੀਂ ਹੁਣ। ਦੁੱਧ ਬਿਲਕੁਲ ਨਹੀਂ ਜੀ ਹੁਣ। ਪਰ ਦੁੱਧ ਨਹੀਂ ਹੈਗਾ ਜੀ, ਪੈਸਾ ਨਹੀਂ ਆਉਂਦਾ ਤਾਂ ਪੈਸਾ ਨਹੀਂ ਹੈਗਾ ਤਾਂ ਬਿਮਾਰੀ ਦਵਾਈ ਤੇ ਬੂਟੀ ਤੇ ਜੋ ਵੀ ਹੈਗਾ ਮੈਡੀਸਨ। ਦਵਾਈ ਕਿਸ ਤਰੀਕੇ ਦੇ ਨਾਲ ਆ ਰਹੀ ਹੈ? ਦਵਾਈ ਮੈਮ ਹੁਣ ਸਾਨੂੰ ਅੱਜ ਖਾਲਸਾ ਏਡ ਵੱਲੋਂ ਵੀ ਦਵਾਈ ਪ੍ਰੋਵਾਈਡ ਕਰਾਈ ਗਈ ਹੈ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵਿੱਚ 2-3 ਦਾਨੀ ਸੱਜਣ ਹੋਰ ਵੀ ਨੇ ਜਿਨ੍ਹਾਂ ਨੇ ਸਾਨੂੰ ਦਵਾਈ ਪ੍ਰੋਵਾਈਡ ਕਰਵਾਈ ਹੈ ਜੀ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ। ਤੇ ਅੱਜ ਤੇ ਖਾਲਸਾ ਏਡ ਵੱਲੋਂ ਅੱਜ ਜਿਹੜੀ ਦਵਾਈ ਦੀ ਹੋਰ ਮੈਡੀਸਨ ਦੀ ਕਮੀ ਸੀ ਉਹ ਵੀ ਸਾਨੂੰ ਅੱਜ ਭਰੋਸਾ ਦਵਾ ਕੇ ਸਰਕਾਰ ਵੱਲੋਂ ਜਿਹੜੀ ਵੈਕਸੀਨ ਆਈ ਹੈ ਕਿ ਉਸ ਨਾਲ ਕੁਝ ਫਰਕ ਪਿਆ ਤੁਹਾਡੇ ਜਾਨਵਰਾਂ ਨੂੰ? ਸਰਕਾਰ ਵੱਲੋਂ ਤਾਂ ਮੈਮ ਵੈਕਸੀਨ ਜਿਹੜੀ ਅਸਲੀ ਜਿਹੜੇ ਕਿਵੇਂ ਨਾਰਮਲ ਪਸ਼ੂ ਰੁਕਿਆ ਤਾਂ ਉਹ ਉੱਥੇ ਤਾਂ ਕੰਮ ਕਰ ਰਹੇ ਨੇ। ਜਿਹੜੇ ਪਸ਼ੂ ਜ਼ਿਆਦਾ ਸੀਰੀਅਸ ਨੇ ਉਹਨਾਂ ਤੇ ਥੋੜਾ ਜਿਹਾ ਫਿਰ ਆਪਦੇ ਵੱਲੋਂ ਥੋੜੀ ਜ਼ਿਆਦਾ ਮੈਡੀਸਨ ਮਹਿੰਗੀ ਜਿਹੜੀ ਹੋਰ ਨੇ ਹਾਈ ਪਾਵਰ ਉਹ ਯੂਜ਼ ਕਰਨੇ ਪੈਂਦੇ ਜੀ। ਸੋ ਕਿੰਨੇ ਕੁ ਤੱਕ ਦੀ ਇਹ ਜਿਹੜੀ ਦਵਾਈਆਂ ਇਹ ਆ ਜਾਂਦੀਆਂ ਨੇ? ਕਿੰਨਾ ਕੁ ਖਰਚਾ ਇਹਨਾਂ ਦਵਾਈਆਂ? ਮੈਮ ਦਵਾਈ ਤੇ ਪੈਂਦਾ ਮੇਰੇ ਹਿਸਾਬ ਨਾਲ ਡੇਲੀ ਇੱਕ ਪਸ਼ੂ ਤੋਂ 500-700 ਰੁਪਈਆ ਡੇਲੀ ਖਰਚਾ ਹੋ ਜਾਂਦਾ ਜੀ। ਬਾਕੀ ਜੇ ਡਾਕਟਰ ਤੇ ਡਿਪੈਂਡ ਆ, ਜੇ ਉਹ ਕਹੇ ਜਾਂ ਇੰਜੈਕਸ਼ਨ ਵਗੈਰਾ ਜੋ ਵੀ ਲਿਖਦੇ ਨੇ ਤਾਂ ਉਸ ਤਰ੍ਹਾਂ ਖਰਚਾ ਹੋਰ ਵੱਧ ਜਾਂਦਾ ਜੀ। ਜੀ। ਸੋ ਪਿਛਲੇ ਦਿਨਾਂ ਦੀ ਗੱਲ ਕਰੀਏ, ਕਿੰਨਾ ਕੁ ਖਰਚਾ ਤੁਹਾਡਾ ਹੋ ਚੁੱਕਿਆ ਸਿਰਫ ਬਿਮਾਰੀ ਦੇ ਉੱਤੇ? ਬਿਮਾਰੀ ਤਾਂ ਮੈਮ ਦੇਖ ਲਓ ਤੁਸੀਂ 10 ਦਿਨ ਦੇ ਕਰੀਬ ਹੋ ਗਿਆ ਡੰਗਰਾਂ ਪਸ਼ੂ ਸਾਰਿਆਂ ਨੂੰ ਖੜਿਆਂ ਨੂੰ। ਤੁਸੀਂ ਲਾ ਲਓ ਹਿਸਾਬ ਵੀ 25 ਤੋਂ 30 ਹਜ਼ਾਰ ਰੁਪਏ ਮੇਰੇ ਹਿਸਾਬ ਨਾਲ ਮੈਡੀਸਨ ਸਾਡੀ ਆ ਚੁੱਕੀ ਹੈ ਜੀ, ਜਿਨ੍ਹਾਂ ਦੇ ਅਸੀਂ ਮੈਡੀਸਨ ਦੇਣੇ ਨੇ ਹਾਲੇ ਤੱਕ। ਮੈਡੀਕਲ ਦੇ ਜੋ ਡਾਕਟਰ ਦੇ ਲੈਦਾ ਨੇ, ਜੋ ਪ੍ਰਾਈਵੇਟ ਦੇ ਪਹਿਲਾਂ ਆ ਰਹੇ ਸੀ ਉਹਨਾਂ ਦੇ ਵੱਖਰਾ ਖੜੇ ਨੇ ਜੀ। ਜੀ, ਉਹਨਾਂ ਦੇ ਅਲੱਗ ਨੇ? ਉਹਨਾਂ ਦੀ ਫੀਸ ਅਲੱਗ ਤੋਂ ਹੈ ਜੀ। ਉਹਨਾਂ ਦੀ ਫੀਸ ਅਲੱਗ ਤੋਂ। ਸੋ ਤੁਸੀਂ ਇਹ ਡੇਅਰੀ ਫਾਰਮ ਦੇਖ ਚੁੱਕੇ ਹੋ, ਗੱਲਬਾਤ ਵੀ ਅਸੀਂ ਕਰ ਲਈ ਹੋਈ ਹੈ। ਦਵਾਈਆਂ ਵੀ ਇੱਥੇ ਮੌਜੂਦ ਨੇ, ਭਰ ਕੇ ਲਿਫਾਫੇ ਜਿਹੜੇ ਉੱਥੇ ਪਏ ਹੋਏ ਨੇ ਤਾਂ ਕਿ ਗਾਂ ਨੂੰ ਇਹ ਦਵਾਈਆਂ ਜਿਹੜੀਆਂ ਉਹ ਦਵਾਈ ਦਾ ਸਕਣ। ਆ ਵੇਖ ਸਕਦੇ ਹੋ ਮੇਰੇ ਪਿੱਛੇ ਤੁਸੀਂ, ਢੇਰ ਲੱਗਿਆ ਹੋਇਆ ਹੈ ਦਵਾਈਆਂ ਦਾ, ਜਿਹੜੇ ਕਿ ਪਸ਼ੂਆਂ ਨੂੰ ਦਵਾਈ ਜਾਂਦੇ ਹੈ ਤਾਂ ਕਿ ਕਿਸੇ ਤਰੀਕੇ ਨਾਲ ਉਹਨਾਂ ਦੀ ਜਾਨ ਜਿਹੜੀ ਹੈ ਉਹ ਬਚ ਸਕੇ। ਸੋ ਇਹਨੇ ਭਰ ਕੇ ਥੈਲੇ ਜਿਹੜੇ ਨੇ ਉਹ ਦਵਾਈਆਂ ਦੇ ਤੁਸੀਂ ਇਸ ਪਿੰਡ ਦੇ ਵਿੱਚ ਵੇਖ ਸਕਦੇ ਹੋ, ਜਿੱਥੇ ਲੋਕ ਹਜੇ ਤੱਕ ਪਰੇਸ਼ਾਨ ਹੈ ਕਿਉਂਕਿ ਬਿਮਾਰੀ ਜੋ ਹੈ ਉਹ ਫੈਲ ਚੁੱਕੀ ਹੋਈ ਹੈ। ਬਿਮਾਰੀ ਹਜੇ ਵੀ ਠੀਕ ਨਹੀਂ ਹੋਈ ਹੈ। ਆਓ ਅੱਗੇ ਵੀ ਚੱਲਦੇ ਹਾਂ, ਹੋਰ ਜਾਣਕਾਰੀ ਲੈਂਦੇ ਹਾਂ, ਡਾਇਰੈਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਸਰਕਾਰ ਸੁਣਵਾਈ ਕਰੇਗੀ ਕਦੀ।
ਮੈਮ ਜਿਹੜੀ ਬਿਮਾਰੀ ਬੇਰ ਕਲਾਂ ਦੇ ਵਿੱਚ ਜੋ ਰਿਪੋਰਟਡ ਹੋਈ ਹੈਗੀ ਹੈ ਦੈਟ ਇਜ਼ FMD ਡਿਜ਼ੀਜ਼, ਫੁੱਟ ਐਂਡ ਮਾਊਥ ਡਿਜ਼ੀਜ਼। ਜਿਵੇਂ ਕਿ ਨਾਮ ਤੋਂ ਇਟ ਇਜ਼ ਵੈਰੀ ਮੱਚ ਕਲੀਅਰ ਕਿ ਫੁੱਟ ਐਂਡ ਮਾਊਥ ਮਤਲਬ ਪੈਰ ਅਤੇ ਮੂੰਹ ਅਤੇ ਖੁਰ ਦੀ ਬਿਮਾਰੀ ਹੈ। ਮੂੰਹ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੇ ਲੀਜਨਸ ਆਉਂਦੇ ਨੇ, ਜੋ ਸਿੰਪਟਮਸ ਆਉਂਦੇ ਆ, ਅਲਾਮਤਾਂ ਆਉਂਦੀਆਂ ਨੇ, ਉਹ ਜਾਨਵਰ ਪਹਿਲਾਂ ਬਿਮਾਰ ਹੁੰਦਾ ਹੈਗਾ। ਉਸ ਤੋਂ ਬਾਅਦ ਫਿਰ ਉਹਦੇ ਪੈਰਾਂ 'ਤੇ ਛਾਲੇ ਹੁੰਦੇ ਆ ਔਰ ਮੂੰਹ 'ਤੇ ਛਾਲੇ ਹੁੰਦੇ ਆ। ਤਾਂ ਮੂੰਹ 'ਤੇ ਜਿਹੜੇ ਛਾਲੇ ਹੁੰਦੇ ਹੈਗੇ ਆ, ਜੀਭ ਦੇ ਉੱਤੇ ਬੇਸਿਕਲੀ ਛਾਲੇ ਹੁੰਦੇ ਆ। ਜਦੋਂ ਛਾਲਾ ਫਟ ਜਾਂਦਾ ਹੈਗਾ, ਜਾਨਵਰ ਪੱਠੇ ਖਾਣੋਂ ਛੱਡ ਦਿੰਦਾ। ਉਸ ਤੋਂ ਬਾਅਦ ਉਹਦੇ ਜਾਨਵਰ ਦੇ ਅਡਰ ਦੇ ਉੱਤੇ ਛਾਲੇ ਹੋ ਜਾਂਦੇ ਹੈਗੇ ਆ। ਜਦੋਂ ਜਾਨਵਰ ਖਾਣਾ ਛੱਡ ਜਾਏਗਾ, ਉਸ ਨੂੰ ਬੁਖਾਰ ਦੇ ਕਾਰਨ ਉਹਦੀ ਭੁੱਖ ਵੀ ਮਰੇਗੀ। ਜਦੋਂ ਭੁੱਖ ਮਰੇਗੀ ਤਾਂ ਉਦੋਂ ਜਿਹੜੀਆਂ ਸੈਕੰਡਰੀ ਇਨਫੈਕਸ਼ਨਸ ਹੈਗੀਆਂ ਨੇ ਉਹ ਵੀ ਉਹਨੂੰ ਆਉਣਗੀਆਂ। ਇਟ ਇਜ਼ ਅ ਵਾਇਰਲ ਡਿਜ਼ੀਜ਼। ਇਹ ਫੈਲਦੀ ਹੈਗੀ ਹੈ ਇੱਕ ਦੂਜੇ ਦੇ ਕੰਟੈਕਟ ਦੇ ਨਾਲ, ਜਿਸ ਤਰ੍ਹਾਂ ਆਮ ਵਾਇਰਲ ਡਿਜ਼ੀਜ਼ਸ ਫੈਲਦੀਆਂ ਹੈਗੀਆਂ ਨੇ। ਜੀ ਸਰ, ਅੰਕੜਾ ਕਿੰਨਾ ਕੁ ਹੋ ਚੁੱਕਾ ਹੋਇਆ ਹੈ? ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਕਿ 150 ਜਿਹੜੇ ਹਜੇ ਤੱਕ ਪਸ਼ੂ ਮਰ ਚੁੱਕੇ ਹੋਏ ਆ, ਪਰ ਤੁਹਾਡਾ ਅੰਕੜਾ ਕੀ ਬੋਲਦਾ? ਸਾਡੇ ਕੋਲ ਕੱਲ੍ਹ ਤੱਕ 600 ਜਾਨਵਰਾਂ ਦਾ ਟ੍ਰੀਟਮੈਂਟ ਹੋਇਆ ਹੈਗਾ, ਜਿਸ ਦੇ ਵਿੱਚੋਂ ਨੰਬਰ ਆਫ ਫਰੈਸ਼ ਕੇਸਿਸ ਜੇ ਆਪਾਂ ਲਗਾਈਏ, ਪਿਛਲੇ ਸੈਚਰਡੇ 31 ਅਗਸਤ ਨੂੰ ਸਾਨੂੰ ਰਿਪੋਰਟ ਆਈ ਸੀਗੀ ਕਿ ਸਾਡੇ ਪਿੰਡ ਦੇ ਵਿੱਚ, ਇਸ ਬੇਰ ਕਲਾਂ ਪਿੰਡ ਦੇ ਵਿੱਚ ਜਾਨਵਰ ਬਿਮਾਰ ਹੈ। ਦੀ ਐਨੀਮਲ ਹਸਬੈਂਡਰੀ ਟੀਮ ਵਾਸ ਪ੍ਰੈਸਡ ਇਨਟੂ ਸਰਵਿਸ ਸੈਚਰਡੇ, ਸੰਡੇ, ਹੁਣ ਤੱਕ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰ ਰਹੇ ਹਾਂ। ਸਾਰੇ ਪਿੰਡ ਨੂੰ ਅਸੀਂ ਜ਼ੋਨਸ ਦੇ ਵਿੱਚ ਡਿਵਾਈਡ ਕਰਕੇ ਵੈਟਨਰੀ ਹੈਲਥ ਕੇਅਰ ਫੈਸਿਲਿਟੀਜ਼, ਜਿਹਦੇ ਵਿੱਚ ਵੈਟਨਰੀ ਡਾਕਟਰ ਹੈ, ਵੈਟਨਰੀ ਫਾਰਮਾਸਿਸਟ, ਵੈਟਨਰੀ ਇੰਸਪੈਕਟਰ, ਇਹ ਸਾਰੇ ਮੌਜੂਦ ਨੇ ਔਰ ਘਰ ਘਰ ਜਾ ਕੇ ਸਰਵੇ ਕਰਕੇ ਟ੍ਰੀਟਮੈਂਟ ਕਰ ਰਹੇ ਹਨ। ਅੱਜ ਜੇ ਟ੍ਰੀਟਮੈਂਟ ਹੋਇਆ ਤਾਂ ਕੱਲ੍ਹ ਨੂੰ ਉਹੀ ਟੀਮ ਉਸੇ ਏਰੀਆ ਦੇ ਵਿੱਚ ਜਾਂਦੀ ਹੈ ਔਰ ਉਹਨਾਂ ਜਾਨਵਰਾਂ ਦਾ ਟ੍ਰੀਟਮੈਂਟ ਕਰਦੀ ਹੈਗੀ ਹੈ। ਤੋ ਇਨੀਸ਼ੀਅਲੀ ਥੋੜ੍ਹਾ ਜਿਹਾ ਇਨਫੈਕਸ਼ਨ ਦਾ ਪੀਕ ਆਉਂਦਾ, ਬਟ ਡੇ ਇਨ ਐਂਡ ਡੇ ਆਊਟ ਹਰ ਰੋਜ਼ ਦੇ ਨਾਲ ਅਫੈਕਟਡ ਐਨੀਮਲਸ ਜਿਹੜੇ ਨੇ ਉਹ ਘਟ ਰਹੇ ਹੈਗੇ ਆ। ਕੱਲ੍ਹ 50 ਕੇਸ ਨਵੇਂ ਆਏ ਸੀਗੇ ਔਰ 100 ਤੋਂ 150 ਕੇਸ ਜਿਹੜਾ ਹੈ ਠੀਕ ਹੋ ਚੁੱਕਾ ਹੈ। ਬਾਕੀ ਜਿਹੜਾ ਕੇਸ ਹੈ ਉਹ ਰਿਕਵਰੀ ਫੇਜ਼ ਦੇ ਵਿੱਚ ਹੈਗਾ। ਸਰ, ਕਿਸ ਤਰੀਕੇ ਦੇ ਨਾਲ ਇਹ ਬਿਮਾਰੀ ਫੈਲਦੀ ਹੈ? ਕਿ ਵੈਕਸੀਨ ਦਾ ਇਸ ਦੇ ਨਾਲ ਕੋਈ ਸੰਬੰਧ ਹੈ ਕਿ ਜੇਕਰ ਵੈਕਸੀਨ ਆ ਜਾਂਦੀ ਤਾਂ ਇਹ ਬਿਮਾਰੀ ਜਿਹੜੀ ਉਹ ਪਿੰਡ ਵਿੱਚ ਨਾ ਫੈਲਦੀ? ਵੈਕਸੀਨੇਸ਼ਨ ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਵੱਲੋਂ ਸਾਲ ਵਿੱਚ 2 ਵਾਰੀ ਕੀਤੀ ਜਾਂਦੀ ਹੈ ਔਰ ਇਹ ਜਿਹੜੀ ਬਿਮਾਰੀ ਆਈ ਹੈ, ਕਿਉਂਕਿ ਇਹ ਛੂਤ ਦੀ ਬਿਮਾਰੀ ਕਹਿ ਲਵੋ ਤੁਸੀਂ, ਕੰਟੈਕਟ ਦੇ ਨਾਲ ਫੈਲਦੀ ਹੈ। ਕੋਈ ਹੈਲਦੀ ਐਨੀਮਲ ਖੜਾ ਹੈ, ਉਸ ਦੇ ਨਾਲ ਕੋਈ ਇਨਫੈਕਟਡ ਐਨੀਮਲ ਖੜਾ ਹੈ ਤਾਂ ਉਸ ਤੋਂ ਇਹ ਬਿਮਾਰੀ ਫੈਲ ਜਾਏਗੀ। ਜਾਂ ਕੋਈ ਵੀ ਪਸ਼ੂ ਪਾਲਕ ਕਿਸੇ ਹੋਰ ਘਰ ਦੇ ਵਿੱਚ ਗਿਆ ਹੈ ਜਿੱਥੇ ਇਹ ਬਿਮਾਰੀ ਹੈਗੀ ਹੈ, ਤਾਂ ਉੱਥੋਂ ਉਹ ਆਪਣੇ ਪੈਰਾਂ ਦੇ ਨਾਲ ਉਹ ਜਰਾਸੀਮ ਲੈ ਆਏਗਾ ਅਤੇ ਆਪਣੇ ਬਾੜੇ ਦੇ ਵਿੱਚ ਉਹਦੇ ਜਾਨਵਰ ਬਿਮਾਰ ਹੋ ਜਾਣਗੇ। ਤੀਸਰਾ ਕਾਰਨ ਇਹ ਹੋ ਸਕਦਾ ਹੈ ਕਿ ਹੋ ਸਕਦਾ ਕੋਈ ਪਸ਼ੂ ਪਾਲਕ ਆਪਣੇ ਪਿੰਡ ਦੇ ਵਿੱਚ ਮੰਡੀ ਦੇ ਵਿੱਚੋਂ ਜਾਂ ਨਾਲ ਦੇ ਪਿੰਡ ਦੇ ਵਿੱਚੋਂ ਜਾਨਵਰ ਖਰੀਦ ਕੇ ਲੈ ਕੇ ਆਇਆ। ਇਹਦੇ ਵਿੱਚ 2 ਇਨਸੀਡੈਂਟਸ ਹੈ। ਹੋ ਸਕਦਾ ਉਹ ਜਾਨਵਰ ਉਹ ਉੱਥੋਂ ਹੈਲਦੀ ਜਾਨਵਰ ਖਰੀਦ ਕੇ ਲਿਆਇਆ ਹੋਵੇ ਅਤੇ ਉਸ ਪਿੰਡ ਦੇ ਵਿੱਚ ਜਾਂ ਉਸ ਪਿੰਡ ਵਿੱਚ ਅਤੇ ਉਸ ਘਰ ਵਿੱਚ ਕੋਈ ਜਾਨਵਰ ਬਿਮਾਰ ਹੋਏਗਾ ਤਾਂ ਉਸ ਤੋਂ ਇਹ ਇਨਫੈਕਸ਼ਨ ਇਸ ਹੈਲਦੀ ਜਾਨਵਰ ਨੂੰ ਮਿਲੇਗੀ ਅਤੇ ਇਹ ਇਨਕਿਊਬੇਸ਼ਨ ਪੀਰੀਅਡ ਦੇ ਵਿੱਚ ਹੋ ਸਕਦਾ ਆਪਣੇ ਘਰ ਲੈ ਆਇਆ ਹੋਵੇ ਅਤੇ ਕਵੇ ਜੀ ਮੈਂ ਤਾਂ ਜਾਨਵਰ ਠੀਕ ਲੈ ਕੇ ਆਇਆ ਸੀਗਾ। ਸੈਕੰਡ ਇੰਸੀਡੈਂਸ ਇਹ ਹੋ ਸਕਦਾ ਹੈ ਕਿ ਉੱਥੇ ਜਾਨਵਰ ਨੂੰ ਉਹਨਾਂ ਨੂੰ ਕਹਿ ਦਿੱਤਾ ਹੋਣਾ ਵੀ ਜਾਨਵਰ ਠੀਕ ਹੈਗਾ, ਕੋਈ ਗੱਲ ਨਹੀਂ, ਲੈ ਜਾਓ, ਅਤੇ ਇਨਫੈਕਸ਼ਨ ਉਹਨੂੰ ਪਹਿਲਾਂ ਹੀ ਹੋਈ ਹੋਵੇ। ਉਹ ਅਗਰ ਤਾਂ ਉਹ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਇਨਫੈਕਸ਼ਨ ਉਹ ਆਪਣੇ ਹਾਰਟ ਦੇ ਵਿੱਚ ਲੈ ਆਇਆ ਤਾਂ ਇਹ 2 ਕੇਸ ਹੋ ਗਏ, ਜਿਹਦੇ 2 ਇੰਸੀਡੈਂਟਸ ਦੇ ਨਾਲ ਜਾਂ 2 ਮੈਥਡਸ ਦੇ ਨਾਲ ਇਹ ਟਰਾਂਸਫਰ ਹੋ ਗਈ ਇਨਫੈਕਸ਼ਨ। ਜਦੋਂ ਇੱਕ ਪਿੰਡ ਦੇ ਵਿੱਚ ਬਿਮਾਰੀ ਆ ਗਈ ਹੈ ਤਾਂ ਹਰ ਘਰ ਦੇ ਵਿੱਚ ਜਾਂ ਇੱਕ ਦੂਜੇ ਦੇ ਨਾਲ ਦੇ ਘਰਾਂ ਦੇ ਵਿੱਚ ਬਿਮਾਰੀ ਫੈਲੇਗੀ। ਤਾਂ ਫੈਲਣ ਦੇ ਨਾਲ ਇੱਕ ਘਰ, 2 ਘਰ, ਫਿਰ ਸਾਰਾ ਏਰੀਆ ਇਨਫੈਕਟਡ ਹੋ ਜਾਂਦਾ ਹੈ। ਸਰ, ਪਰ ਇਸ ਸਾਲ ਜਿਹੜੀ ਉਹ ਵੈਕਸੀਨ ਵੀ ਨਹੀਂ ਲਗਾਈ ਗਈ, ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਇਸ ਸਾਲ ਵੈਕਸੀਨ ਨਹੀਂ ਹੈ। ਇਹ ਅਸੀਂ ਪਿਛਲੇ ਸਾਲ ਨਵੰਬਰ ਦੇ ਵਿੱਚ ਵੈਕਸੀਨ ਦਾ ਮੁਹਿੰਮ ਸ਼ੁਰੂ ਕੀਤੀ ਸੀਗੀ 15 ਅਕਤੂਬਰ ਤੋਂ, ਔਰ ਵੈਕਸੀਨ ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਹੈ, ਸੈਂਟਰ ਦਾ ਪ੍ਰੋਜੈਕਟ ਹੈਗਾ, ਜਿਸ ਦੇ ਵਿੱਚ ਹਰ ਇੱਕ ਐਨੀਮਲ ਨੂੰ ਟੈਗ ਪਾਇਆ ਜਾਂਦਾ। ਟੈਗ ਪਾਉਣ ਉਪਰੰਤ ਉਸ ਜਾਨਵਰ ਦਾ ਬਾਇਓਡਾਟਾ ਕੰਪਿਊਟਰ 'ਤੇ ਚੜ੍ਹਾਇਆ ਜਾਂਦਾ ਹੈਗਾ, ਜਿਹਦੇ ਵਿੱਚ ਫਾਰਮਰ ਦਾ ਨਾਮ, ਫਾਰਮਰ ਦਾ ਮੋਬਾਈਲ ਨੰਬਰ, ਫਾਰਮਰ ਦਾ ਆਧਾਰ ਕਾਰਡ, ਇਹ ਫੀਡ ਕੀਤਾ ਜਾਂਦਾ। ਇਹ 1 ਟਾਈਮ ਐਕਸਰਸਾਈਜ਼ ਹੈ। ਤਾਂ ਰੂਟੀਨ ਦੀ ਜਦੋਂ ਆਪਾਂ ਵੈਕਸੀਨੇਸ਼ਨ ਕਰ ਰਹੇ ਸੀ ਤਾਂ ਸੈਂਪਲ ਫੇਲ ਹੋ ਗਿਆ, ਕਿਉਂਕਿ ਇਹ ਵੈਕਸੀਨ ਜਿਹੜੀ ਹੈ ਕੁਛ ਇੱਕ ਚੁਣਿੰਦਾ ਕੰਪਨੀਆਂ ਹੀ ਬਣਾਉਂਦੀਆਂ ਨੇ, ਤਾਂ ਉਹ ਸਾਰੇ ਦਾ ਸਾਰਾ ਬੈਚ ਸਾਨੂੰ ਗਵਰਨਮੈਂਟ ਨੂੰ ਵਿਡਰਾ ਕਰਨਾ ਪਿਆ। ਸਟੇਟ ਗਵਰਨਮੈਂਟ ਦੀ ਵੀ ਕੋਈ ਰਿਸਪੌਂਸਿਬਿਲਿਟੀ ਬਣਦੀ ਉਸ ਤੋਂ ਬਾਅਦ ਪ੍ਰੋਵਾਈਡ ਕਰਾਉਣ ਦੀ ਵੈਕਸੀਨੇਸ਼ਨ? ਵੈਕਸੀਨ ਸੈਂਟਰ ਲੈਵਲ ਦੇ ਉੱਤੇ ਹੈ ਮੈਮ। ਸੈਂਟਰ ਲੈਵਲ ਦੇ ਉੱਤੇ ਜਦੋਂ ਸੈਂਟਰ ਲੈਵਲ 'ਤੇ ਸੈਂਪਲ ਫੇਲ ਹੋ ਗਿਆ, ਜਦੋਂ ਫਿਰ ਨੈਕਸਟ ਬੈਚ ਵਿੱਚ ਆਏਗੀ ਉਦੋਂ ਹੀ ਡਿਪਾਰਟਮੈਂਟ ਲਗਾ ਪਾਏਗਾ। ਜੀ, ਤਾਂ ਹੁਣ ਇਸ ਟਾਈਮ ਕੰਟਰੋਲ ਕਰਨ ਦਾ ਕੀ ਸਭ ਤੋਂ ਵਧੀਆ ਤਰੀਕਾ ਹੈ ਇਸ ਬਿਮਾਰੀ ਨੂੰ? ਕੰਟਰੋਲ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਇਨਫੈਕਟਡ ਔਰ ਹੈਲਦੀ ਐਨੀਮਲਸ ਨੂੰ ਆਈਸੋਲੇਟ ਕਰਕੇ ਰੱਖਿਆ ਜਾਵੇ, ਕਿਉਂਕਿ ਇਹ ਲਾਗ ਦੀ ਬਿਮਾਰੀ ਹੈ, ਹਵਾ ਦੇ ਨਾਲ ਇਹਦੇ ਜਰਾਸੀਮ ਟਰੈਵਲ ਕਰ ਜਾਂਦੇ ਆ। ਸੈਕੰਡਲੀ
ਮੈਂ ਪਸ਼ੂ ਪਾਲਕਾਂ ਨੂੰ ਐਡਵਾਈਸ ਕਰਾਂਗਾ ਕਿ ਆਪਣੀ ਘਰ ਦੀ ਦਹਲੀਜ਼ ਦੇ ਉੱਤੇ, ਸਿਰਫ ਦਹਲੀਜ਼ ਵਰਡ ਯੂਜ਼ ਕਰ ਰਿਹਾ, ਮੇਨ ਗੇਟ ਦੇ ਉੱਤੇ ਇੱਕ ਚੂਨਾ ਪਾ ਕੇ ਰੱਖੋ। ਉਸ ਚੂਨੇ ਦੇ ਉੱਪਰ ਦੀ ਪੈਰਾਂ ਦੇ ਨਾਲ ਜਾਓ, ਪੈਰ ਲਗਾ ਕੇ ਫਿਰ ਜਾਓ, ਕਿਉਂਕਿ ਇਹ ਚੂਨਾ ਡਿਸਇਨਫੈਕਟੈਂਟ ਦਾ ਕੰਮ ਕਰਦਾ। ਕਈ ਪਸ਼ੂ ਪਾਲਕ, ਇਹ ਮੈਂ ਇਸ ਕਰਕੇ ਦਹਲੀਜ਼ ਵਰਡ ਯੂਜ਼ ਕਰ ਰਿਹਾ, ਪਸ਼ੂ ਪਾਲਕ ਆਪਣੀ ਦਹਲੀਜ਼ 'ਤੇ ਕਲੀ ਪਾਉਣ ਦੇ ਨਾਲ ਨਾਲ ਪਸ਼ੂਆਂ ਦੇ ਵਾੜੇ ਦੇ ਵਿੱਚ ਵੀ, ਪਸ਼ੂਆਂ ਦੇ ਥੱਲੇ ਵੀ ਕਲੀ ਵਿਛਾ ਦਿੰਦੇ ਹਨ। ਬਟ ਉਹਦਾ ਅਲਟੀਮੇਟਲੀ ਨੁਕਸਾਨ ਇਹ ਹੈ, ਕਲੀ ਇੱਕ ਸਟਰੋਂਗ ਕੈਮੀਕਲ ਹੈ, ਪੈਰ ਖਰਾਬ ਕਰ ਦੇਗਾ, ਖੁਰ ਖਰਾਬ ਕਰ ਦੇਗਾ, ਜਦੋਂ ਜਾਨਵਰ ਬੈਠੇਗਾ ਉਹਦੀ ਚਮੜੀ ਖਰਾਬ ਕਰ ਦੇਗਾ। ਇਸ ਲਈ ਇਹ ਪਸ਼ੂ ਪਾਲਕ ਇਸ ਗੱਲ ਨੂੰ ਸਿਰਫ ਆਪਣੀ ਕਲੀ ਨੂੰ ਦਹਲੀਜ਼ 'ਤੇ ਪਾਉਣ। ਦੂਸਰੀ ਗੱਲ, ਲਾਲ ਦਵਾਈ ਦੇ ਨਾਲ ਸਿਰਫ ਪਸ਼ੂ ਦਾ ਮੂੰਹ ਧੋਣਾ ਹੈ, ਪੈਰ ਧੋਣੇ ਹੈ। ਬਟ ਕਈ ਪਸ਼ੂ ਪਾਲਕ ਕੀ ਕਰਦੇ ਆ, ਲਾਲ ਦਵਾਈ ਸੋਚਦੇ ਕਿ ਅਸੀਂ ਚਲੋ ਵੀ ਜ਼ਿਆਦਾ ਪਾ ਦਾਂਗੇ ਤਾਂ ਛੇਤੀ ਠੀਕ ਹੋ ਜਾਏਗਾ, ਬਟ ਲਾਲ ਦਵਾਈ ਵੀ ਨੁਕਸਾਨਦੇਹ ਕਰਦੀ ਹੈ। ਪਸ਼ੂ ਪਾਲਕਾਂ ਨੂੰ ਇਹ ਐਡਵਾਈਸ ਹੈ, ਹਦਾਇਤ, ਨਸੀਹਤ ਦਿੱਤੀ ਜਾਂਦੀ ਹੈ ਕਿ ਆਪਣੇ ਬਿਮਾਰ ਜਾਨਵਰ ਦੇ ਵਿੱਚ ਜਦੋਂ ਵੀ ਉਹਨਾਂ ਨੇ ਟਰੀਟਮੈਂਟ ਕਰਵਾਉਣਾ ਹੈ, ਪਹਿਲਾਂ ਤਾਂ ਹਮੇਸ਼ਾ ਲੱਛਣ ਦੇਖਣ ਵੀ ਇਹਦੇ ਇਹਤਿਆਤ ਵਰਤਨ, ਸਤਰਕ ਰਹਿਣ ਕਿ ਵੀ ਜਾਨਵਰ ਉਹਨਾਂ ਦਾ ਜੇ ਪੱਠੇ ਛੱਡਦਾ ਉਹਦੀ ਇਮੀਡੀਏਟਲੀ ਰਿਪੋਰਟ ਕੁਆਲੀਫਾਈਡ ਵੈਟਨੇਰੀਅਨ ਨੂੰ ਕਰਨ। ਸਾਡੇ ਬੇਰ ਕਲਾਂ ਪਿੰਡ ਦੇ ਵਿੱਚ ਮਿਲਕ ਸੁਸਾਇਟੀ ਦੇ ਵਿੱਚ, ਦੁੱਧ ਵਾਲੀ ਸੁਸਾਇਟੀ ਸਹਿਕਾਰੀ ਸਭਾ, ਉੱਥੇ ਟੀਮ ਬੈਠੀ ਹੈ, ਡਾਕਟਰਸ ਪਿੰਡ ਦੇ ਵਿੱਚ ਫਿਰ ਰਹੇ ਹਨ, ਘਰ ਘਰ ਜਾ ਕੇ ਉਹਨਾਂ ਨੂੰ ਦੱਸਣ, ਇਤਲਾਹ ਦੇਣ, ਔਰ ਕੁਆਲੀਫਾਈਡ ਵੈਟਨੇਰੀਅਨ ਡਿਪਾਰਟਮੈਂਟ ਦੇ ਜਿਹੜੇ ਡਾਕਟਰ ਹੈਗੇ ਆ ਉਹਨਾਂ ਦੇ ਕੋਲੋਂ ਇਲਾਜ ਕਰਵਾਉਣ। ਕੀ ਹੋਰ ਕੋਈ ਪਿੰਡ ਹੈ ਜੋ ਇਸ ਬਿਮਾਰੀ ਦੇ ਨਾਲ, ਜਿਨ੍ਹਾਂ ਦੇ ਪਸ਼ੂ ਜਿਹੜੇ ਹੈ ਉਹ ਇਸ ਬਿਮਾਰੀ ਨਾਲ ਜੂਝ ਰਹੇ ਹੋ? ਬੇਰ ਕਲਾਂ ਦੇ ਵਿੱਚ ਸਥਿਤੀ ਕਾਫੀ ਕੰਟਰੋਲ ਦੇ ਵਿੱਚ ਹੈ। ਹੁਣ ਤੱਕ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ, 100-150 ਜਾਨਵਰ ਜਾਂ 200 ਜਾਨਵਰ ਰਿਕਵਰ ਕਰ ਚੁੱਕਿਆ, ਬਾਕੀ ਰਿਕਵਰੀ ਫੇਜ਼ ਦੇ ਵਿੱਚ ਹੈਗਾ। ਹੁਣ ਇਸ ਤੋਂ ਇਲਾਵਾ ਨਾਲ ਦੇ ਪਿੰਡ ਮਲੌਦ ਦੇ ਵਿੱਚ ਕੱਲ੍ਹ ਸਾਨੂੰ ਰਿਪੋਰਟ ਆਈ ਸੀ, ਬਟ ਉੱਥੇ ਅਸੀਂ ਟੀਮ ਭੇਜ ਦਿੱਤੀ ਹੈ, ਉੱਥੇ ਕੋਈ ਮੋਰਟੈਲਿਟੀ ਨਹੀਂ ਹੋਈ ਹੈਗੀ, ਕੋਈ ਵੀ ਜਾਨਵਰ ਉੱਥੇ ਨਹੀਂ ਮਰਿਆ। ਇਸ ਤੋਂ ਇਲਾਵਾ ਪਿੰਡ ਸਿਆੜ ਦੇ ਵਿੱਚ ਕੁਝ ਦਿਨ ਪਹਿਲਾਂ ਸਾਨੂੰ 25 ਜਾਨਵਰ, 21 ਜਾਨਵਰਾਂ ਦੀ ਰਿਪੋਰਟ ਮਿਲੀ ਸੀਗੀ, ਉਹਨਾਂ ਦੇ ਵਿੱਚੋਂ ਡੈਥਸ ਨਹੀਂ ਹੋਈਆਂ ਹੈਗੀਆਂ। ਅਤੇ ਕੱਲ੍ਹ ਫਿਰ ਰਿਪੋਰਟ ਮਿਲੀ ਸੀਗੀ, MLA ਸਾਹਿਬ ਦਾ ਫੋਨ ਆਇਆ ਸੀਗਾ ਕਿ ਸੀਹਾਂ ਦੌਦ ਔਰ ਮਾਲੂ ਦੌਦ ਦੇ ਵਿੱਚ ਕੁਝ ਜਾਨਵਰ ਜਿਹੜੇ ਮੂੰਹ ਖੁਰ ਦੀ ਬਿਮਾਰੀ ਦੇ ਲੱਛਣ ਉਹਨਾਂ 'ਚ ਪਾਏ ਗਏ ਆ। ਮੈਂ ਵੀ ਜਾ ਕੇ ਆਇਆ, ਸਾਡੇ ਜੁਆਇੰਟ ਡਾਇਰੈਕਟਰ ਸਾਹਿਬ ਡਾਕਟਰ ਕੋਚਰ ਚੰਡੀਗੜ੍ਹ ਤੋਂ ਸਪੈਸ਼ਲੀ ਇਸ ਪਰਪਸ ਲਈ ਆਏ ਸੀਗੇ। ਅਸੀਂ ਕੱਲ੍ਹ ਉਹਨਾਂ ਪਿੰਡਾਂ ਦਾ ਦੌਰਾ ਕੀਤਾ, ਅੱਜ ਉਹਨਾਂ ਪਿੰਡਾਂ ਦੇ ਵਿੱਚ ਟੀਮਾਂ ਬਣਾ ਕੇ ਇਲਾਜ ਕੀਤਾ ਜਾ ਰਿਹਾ ਹੈ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਜਾਨਵਰਾਂ ਦੇ ਟਰੀਟਮੈਂਟ ਦੇ ਲਈ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਪਿੰਡ ਦੇ ਦਾਨੀ ਸੱਜਣ, ਖਾਲਸਾ ਏਡ ਅਤੇ ਹੋਰ ਪਿੰਡ ਦੇ ਦਾਨੀ ਸੱਜਣ ਜਿਹੜੇ ਨੇ ਉਹ ਵੀ ਅਗਾਂਹ ਵਧੂ ਹੋ ਕੇ ਸਾਨੂੰ ਕੰਟਰੀਬਿਊਟ ਕਰ ਰਹੇ ਹਨ। ਸੋ ਬੀਰ ਕਲਾਂ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਬਿਮਾਰੀ ਹੈ ਇਹ ਜ਼ਰੂਰ ਸਾਹਮਣੇ ਆਈ ਹੈ, ਜਿਸ ਕਰਕੇ ਬਹੁਤ ਲੋਕਾਂ ਦੇ ਪਸ਼ੂ ਪੰਛੀ ਜਿਹੜੇ ਨੇ ਉਹ ਬਿਮਾਰ ਪੈ ਰਹੇ ਨੇ, ਉਸ ਦੇ ਨਾਲ ਮੌਤ ਵੀ ਹੋ ਰਹੀ ਹੈ। ਪਰ ਨਾਲ ਹੀ ਐਨੀਮਲ ਹਸਬੈਂਡਰੀ ਵੱਲੋਂ ਵੀ ਇਹ ਸੂਚਿਤ ਕੀਤਾ ਗਿਆ ਕਿ ਇਹ ਜਿਹੜੀ ਬਿਮਾਰੀ ਹੈ ਇਹ ਹਰ ਸਾਲ ਆਉਂਦੀ ਹੈ, ਤਾਂ ਤੁਹਾਨੂੰ ਵੀ ਬਚਾਅ ਜਿਹੜਾ ਉਹ ਆਪਣੇ ਜਾਨਵਰਾਂ ਦਾ ਰੱਖਣਾ ਪਏਗਾ, ਕਿਉਂਕਿ ਇਹ ਮੂੰਹ ਤੇ ਪੈਰ ਦੀ ਬਿਮਾਰੀ ਹੁੰਦੀ ਹੈ ਜੋ ਕਿ ਇੱਕ ਪਸ਼ੂ ਤੋਂ ਦੂਸਰੇ ਪਸ਼ੂ ਤੱਕ ਫੈਲਦੀ ਹੋਈ ਨਜ਼ਰ ਆਉਂਦੀ ਹੈ। ਸੋ ਇਸ ਨੂੰ ਜੇਕਰ ਤੁਸੀਂ ਬਿਮਾਰ ਪਸ਼ੂ ਨੂੰ ਆਪਣੇ ਬਿਲਕੁਲ ਠੀਕ ਪਸ਼ੂ ਦੇ ਨਾਲ ਰੱਖੋਗੇ ਤਾਂ ਉਹ ਤੁਹਾਡੇ ਲਈ ਵੀ ਨੁਕਸਾਨਦਾਇਕ ਜਿਹੜਾ ਉਹ ਹੋ ਸਕਦਾ ਹੈ। ਕੈਮਰਾਮੈਨ ਪਵਨ ਦੇ ਨਾਲ ਮੈਂ ਸ਼ਿਫਾਲੀ, ਦੈਨਿਕ ਸਵੇਰਾ ਟੀਵੀ, ਬੀਰ ਕਲਾਂ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਅੱਜ ਪੰਜਾਬ ਦਾ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ, ਪਰ ਨੌਕਰੀ ਕੀ ਦੇਣੀ ਸੀ, ਆਪਣੇ ਹੀ ਮੰਤਰੀਆਂ ਦੇ ਬੱਚਿਆਂ ਨੂੰ ਨੌਕਰੀ ਦੇ ਦਿੱਤੀ। 10 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ। ਤਕਰੀਬਨ ਅਸੀਂ ਉਦੋਂ 2,37,000 ਸਰਕਾਰੀ ਨੌਕਰੀਆਂ ਦਿੱਤੀਆਂ ਸੀ ਤੇ ਕਈ ਲੱਖ ਅਸੀਂ ਪ੍ਰਾਈਵੇਟ ਸੈਕਟਰ 'ਚ ਅਸੀਂ ਇਨਵੈਸਟਮੈਂਟ ਲੈ ਕੇ ਆਏ ਸੀ, ਜਿਹਦੇ ਨਾਲ ਨੌਕਰੀਆਂ ਬਣੀਆਂ। ਮੈਂ ਵਾਅਦਾ ਕਰਦਾ ਸਾਰੇ ਨੌਜਵਾਨਾਂ ਨੂੰ ਕਿ ਅਗਲੇ 5 ਸਾਲ ਘੱਟ ਤੋਂ ਘੱਟ ਅਸੀਂ 1 ਲੱਖ ਸਰਕਾਰੀ ਨੌਕਰੀ ਜ਼ਰੂਰ ਦੇਵਾਂਗੇ। ਇਨਵੈਸਟਮੈਂਟ ਪੰਜਾਬ 'ਚ ਲਿਆਉਣੀ ਮੇਰੀ ਪ੍ਰਾਇਰਟੀ ਹੋਊਗੀ। ਇੱਥੇ ਇਨਵੈਸਟਮੈਂਟ ਵੀ ਲੈ ਕੇ ਆਵਾਂਗੇ, ਇਨਫਰਾਸਟਰਕਚਰ ਵੀ ਬਣਾਵਾਂਗੇ,
ਇੱਥੇ ਹਾਲਾਤ ਹੈ ਜੀ ਬਣਾ ਦਾਂਗੇ ਕਿ ਲੋਕ ਇੱਥੇ ਆ ਕੇ ਵਪਾਰ ਵੀ ਕਰਨ, ਜਿਹਦੇ ਨਾਲ ਘੱਟ ਤੋਂ ਘੱਟ 10 ਲੱਖ ਨੌਜਵਾਨ ਪ੍ਰਾਈਵੇਟ ਸੈਕਟਰ 'ਚ ਨੌਕਰੀ ਲੈ ਸਕਣ। ਆਹ ਵਾਅਦਾ ਮੇਰਾ ਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਸਾਰੇ ਨੌਜਵਾਨਾਂ ਨਾਲ ਹੈ।